ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਰੇਵੜੀ ਕਲਚਰ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਪਿਛਲੇ ਕੁਝ ਸਮੇਂ ਦੌਰਾਨ ਬੁੰਦੇਲਖੰਡ ਗਏ ਸੀ ਐਕਸਪ੍ਰੈਸ ਵੇ ਦਾ ਉਦਘਾਟਨ ਕਰਨ ਵਾਸਤੇ। ਇੱਕ ਸੜਕ ਬਣੀ ਹੈ, ਉਸ ਦਾ ਉਦਘਾਟਨ ਕਰਨਾ ਸੀ ਐਕਸਪ੍ਰੈਸ ਵੇ ਦਾ। ਸੋ ਉੱਥੇ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਸ਼ਬਦ ਇਸਤੇਮਾਲ ਕੀਤੇ ਰੇਵੜੀ ਕਲਚਰ, ਤੇ ਓਪੋਜੀਸ਼ਨ ਨੂੰ, ਵਿਰੋਧੀ ਧਿਰਾਂ ਨੂੰ ਇਸ ਦੇ ਨਾਲ ਨਿੰਦਿਆ ਵੀ ਤੇ ਉਹਨਾਂ ਦੇ ਵਿਰੁੱਧ ਕੁਝ ਗੱਲਾਂ ਵੀ ਕਹੀਆਂ ਕਿ ਹਮੇਸ਼ਾ ਰੇਵੜੀ ਕਲਚਰ ਮਤਲਬ ਰਿਓੜੀਆਂ ਵੰਡਦੇ ਹਾਂ ਅਸੀਂ, ਉਹਨਾਂ ਨੂੰ ਜਿਹੜੇ ਸਾਡੇ ਆਪਣੇ ਨੇ ਉਹਨਾਂ ਨੂੰ ਅਸੀਂ ਫਾਇਦਾ ਦਿੰਦੇ ਹਾਂ, ਉਹਨੂੰ ਕਹਿੰਦੇ ਨੇ ਰਿਓੜੀ ਕਲਚਰ। ਪੰਜਾਬ ਦੇ ਵਿੱਚ ਤਾਂ ਰਿਓੜੀਆਂ ਖਾਸ ਕਰਕੇ ਬਹੁਤ ਆਮ ਸ਼ਬਦ ਹੈ, ਇਸ ਕਰਕੇ ਸਭ ਨੂੰ ਸਮਝ ਆ ਰਿਹਾ ਕਿ ਮੈਂ ਕੀ ਕਹਿ ਰਿਹਾ। ਰਿਓੜੀ ਕਲਚਰ ਉਹ ਕਹਿੰਦੇ ਆ ਕਿ ਜਿਹੜਾ ਬੰਦਾ ਦੇਖ ਨਹੀਂ ਸਕਦਾ ਉਹ ਰਿਓੜੀਆਂ ਵੰਡਣ ਲੱਗਾ ਤੇ ਮੁੜ ਕੇ ਆਪਣਿਆਂ ਨੂੰ ਦੇਈ ਜਾਵੇ। ਮਤਲਬ ਇਹ ਹੈ ਕਿ ਉਹ ਅੱਖਾਂ ਤੋਂ ਤਾਂ ਠੀਕ ਹੈ ਪਰ ਮੋਹ ਦੇ ਵਿੱਚ ਅੰਨਾ ਹੈ, ਆਪਣਿਆਂ ਦੇ ਮੋਹ ਦੇ ਵਿੱਚ ਜੋ ਅੰਨਾ ਹੋ ਗਿਆ, ਇਸ ਕਰਕੇ ਉਹਨੂੰ ਆਪਣੇ ਹੀ ਵਿਖਾਈ ਦਿੰਦੇ ਨੇ, ਹੋਰ ਲੋਕ ਵਿਖਾਈ ਨਹੀਂ ਦਿੰਦੇ। ਯਾਨੀ ਕਿ ਸਾਰੇ ਬੈਨੀਫਿਟਸ ਉਹ ਦਿੰਦਾ ਪਿਆ ਆਪਣਿਆਂ ਨੂੰ, ਜਾਂ ਫਿਰ ਜਿਨ੍ਹਾਂ ਤੋਂ ਉਹਨਾਂ ਨੂੰ ਫਾਇਦਾ ਹੈ ਉਹਨਾਂ ਨੂੰ ਬੈਨੀਫਿਟ ਦਿੰਦਾ ਪਿਆ। ਦਿਖਦਾ ਉਹਨੂੰ ਸਭ ਕੁਝ ਪਿਆ, ਅੱਖਾਂ ਉਹਦੀਆਂ ਬਿਲਕੁਲ ਠੀਕ ਨੇ, ਤਾਂ ਹੀ ਤਾਂ ਉਹ ਪਰਖਦਾ ਹੈ ਕਿੱਥੋਂ ਫਾਇਦਾ ਹੈ ਕਿੱਥੋਂ ਫਾਇਦਾ ਨਹੀਂ ਹੈ, ਤੇ ਜਿੱਥੋਂ ਫਾਇਦਾ ਹੈ ਉਹਨਾਂ ਨੂੰ ਉਹ ਰਿਓੜੀਆਂ ਖਵਾਈ ਜਾਂਦਾ, ਰਿਓੜੀਆਂ ਦੇਈ ਜਾਂਦਾ। ਸੋ ਇਹ PM ਮੋਦੀ ਸਾਹਿਬ ਨੇ ਗੱਲ ਕਹੀ, ਬਿਲਕੁਲ ਠੀਕ ਆ, ਬਿਲਕੁਲ ਦਰੁਸਤ ਆ। ਸਾਡੇ ਭਾਰਤ ਦੇ ਵਿੱਚ ਇਸ ਰਿਓੜੀ ਕਲਚਰ ਦੀ ਬਹੁਤ ਵੱਡੀ ਹਿਸਟਰੀ ਆ, ਔਰ ਸ਼ੁਰੂ ਤੋਂ ਅਸੀਂ ਦੇਖਦੇ ਹਾਂ ਰਿਓੜੀਆਂ ਵੰਡਣ ਦਾ ਕੰਮ ਬੇਧੜਕ ਚੱਲਦਾ, ਬੇਝਿਜਕ ਚੱਲਦਾ। ਉੱਦਾਂ ਦੀ ਪਾਲਿਸੀਆਂ ਬਣਾਈਆਂ ਜਾਂਦੀਆਂ ਨੇ ਜਿਹੜੀਆਂ ਉਹਨਾਂ ਦੇ ਹੱਕ 'ਚ ਜਾਂਦੀਆਂ ਨੇ, ਜਿਹੜੇ ਫਾਇਦਾ ਦਿੰਦੇ ਨੇ ਸੱਤਾ 'ਚ ਬੈਠੀ ਹੋਈ ਪਾਰਟੀ ਨੂੰ, ਜਿਹੜੇ ਫਾਇਦਾ ਦਿੰਦੇ ਨੇ ਸੱਤਾ 'ਚ ਬੈਠੇ ਹੋਏ ਪੋਲੀਟੀਸ਼ੀਅਨਸ ਨੂੰ। ਸੋ ਇਹ ਰਿਓੜੀ ਕਲਚਰ ਸ਼ੁਰੂ ਤੋਂ ਹੀ ਹੈ, ਹਰ ਪਰਿਵਾਰ ਦੇ ਵਿੱਚ ਰਿਓੜੀ ਕਲਚਰ ਹੈ। ਕੌਣ ਚਾਹੁੰਦਾ ਕਿ ਉਹਦੀ ਜਾਇਦਾਦ ਕਿਸੇ ਹੋਰ ਕੋਲ ਜਾਵੇ? ਉਹ ਕਹਿੰਦਾ ਕਿ ਅੱਗੇ ਮੇਰੇ ਬੱਚਿਆਂ ਕੋਲ, ਫਿਰ ਉਸ ਤੋਂ ਅੱਗੇ ਉਹਨਾਂ ਦੇ ਬੱਚਿਆਂ ਕੋਲ, ਇੱਦਾਂ ਹੀ ਤੁਰਦਾ ਜਾਵੇ। ਸੋ ਰਿਓੜੀ ਕਲਚਰ ਸਾਡੇ ਜੀਵਨ ਦਾ ਹਿੱਸਾ ਹੈ, ਕਿਉਂਕਿ ਅਸੀਂ ਸਾਰੇ ਹੀ ਕਿਤੇ ਨਾ ਕਿਤੇ ਲਾਲਚੀ ਹਾਂ ਤੇ ਆਪਣੇ ਲਾਲਚ ਦਾ ਅਸੀਂ ਇਸਤੇਮਾਲ ਕਰਨਾ ਹੁੰਦਾ ਆਪਣੇ ਨਿੱਜੀ ਫਾਇਦੇ ਦਾ, ਆਪਣੇ ਪਰਸਨਲ ਇੰਟਰਸਟ ਦਾ। ਸੋ ਉਸ ਚੀਜ਼ ਨੂੰ ਸੰਬੋਧਨ ਕੀਤਾ ਹੈ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਰਿਓੜੀ ਕਲਚਰ ਪੋਲੀਟਿਕਸ ਦੇ ਵਿੱਚ ਵੀ ਹੈ, ਰਾਜਨੀਤੀ ਦੇ ਵਿੱਚ ਵੀ ਹੈ। ਤਾਂ ਅਸੀਂ ਉਹਨਾਂ ਬਿਊਰੋਕਰੇਟਸ ਨੂੰ ਵੀ ਫਾਇਦਾ ਦਿੰਦੇ ਹਾਂ ਜੋ ਸਾਡੇ ਨੈਟਵਰਕ ਦਾ ਹਿੱਸਾ ਹੁੰਦੇ ਨੇ, ਕਿਉਂਕਿ ਅਸੀਂ ਆਪਣਾ ਇੱਕ ਸ਼ਾਸਨ ਚਲਾ ਰਹੇ ਹਾਂ ਨਾ। ਇੱਕ ਸ਼ਾਸਨ ਤੇ ਉਹ ਹੈ ਜਿਹੜਾ ਅਸੀਂ ਭਾਰਤ ਦੇ ਵਾਸਤੇ ਚਲਾਉਂਦੇ ਹਾਂ, ਪੰਜਾਬ ਦੇ ਵਾਸਤੇ ਚਲਾਉਂਦੇ ਹਾਂ। ਇੱਕ ਸ਼ਾਸਨ ਉਹ ਹੁੰਦਾ ਜਿਹੜੇ ਅਸੀਂ ਆਪਣੇ ਬੰਦਿਆਂ ਵਾਸਤੇ ਚਲਾਉਂਦੇ ਹਾਂ, ਜਿਹੜੇ ਸਾਨੂੰ ਸਪੋਰਟ ਕਰਦੇ ਨੇ ਤਾਂ ਕਿ ਅਸੀਂ ਸੱਤਾ 'ਚ ਬਣੇ ਰਹੀਏ, ਪਾਵਰ ਦੇ ਵਿੱਚ ਬਣੇ ਰਹੀਏ। ਸੋ ਇਹ ਰਿਓੜੀ ਕਲਚਰ ਚੱਲਦਾ ਹੈ, ਜਿਹਨੂੰ ਅਸੀਂ ਫ੍ਰੀ ਬੀਜ਼ ਪੋਲੀਟਿਕਸ ਵੀ ਕਹਿੰਦੇ ਹਾਂ। ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ, ਫਿਰ ਉਹ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ। ਇਲੈਕਸ਼ਨਸ ਜਿੱਤਣ ਤੱਕ ਉਹ ਵਾਅਦੇ ਰਹਿੰਦੇ ਨੇ, ਇਲੈਕਸ਼ਨ ਤੋਂ ਬਾਅਦ ਉਹ ਵਾਅਦੇ ਛੂ ਮੰਤਰ ਹੋ ਜਾਂਦੇ ਨੇ, ਹਵਾ 'ਚ ਗਾਇਬ ਹੋ ਜਾਂਦੇ ਨੇ। ਸੋ ਉਹਦੇ ਬਾਰੇ ਕੁਝ ਨਹੀਂ ਪਤਾ ਲੱਗਦਾ। ਉਹਦੇ ਬਾਰੇ ਸਿਆਣੇ ਕਹਿੰਦੇ ਨੇ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਗਾਇਬ ਹੋ ਜਾਂਦੇ ਨੇ, ਉੱਦਾਂ ਹੀ ਉਹ ਵਾਅਦੇ ਵੀ ਗਾਇਬ ਹੋ ਜਾਂਦੇ ਨੇ। ਸੋ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਸਾਰੀਆਂ ਗੱਲਾਂ ਕੀਤੀਆਂ ਜੋ ਵਿਰੋਧੀ ਧਿਰਾਂ ਨੂੰ, ਉਹਨਾਂ ਨੂੰ ਕਾਫੀ ਸਖਤ ਹੱਥਾਂ ਨਾਲ ਲਿਆ ਤੇ ਕਾਫੀ ਸਖਤ ਸ਼ਬਦਾਵਲੀ ਇਸਤੇਮਾਲ ਕੀਤੀ। ਐਗਜ਼ੈਕਟਲੀ ਹੁਣ ਅਸੀਂ ਗੱਲ ਕਰਦੇ ਹਾਂ BJP ਜੋ ਸੈਂਟਰ 'ਚ ਬੈਠੀ ਹੈ ਔਰ ਉਹ ਹੀ ਆਪਣਾ ਰਾਜਪਾਟ ਚਲਾ ਰਹੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਕੁਝ ਪਾਲਿਸੀਆਂ ਸੈਂਟਰ ਗਵਰਨਮੈਂਟ ਵੀ ਅਜਿਹੀਆਂ ਬਣਾਉਂਦੀ ਹੈ ਜਿਹੜੀ ਪਾਲਿਸੀ ਉਹਨਾਂ ਦੇ ਆਪਣੇ ਜਿਹੜੇ ਫਰੈਂਡਸ ਨੇ, ਬਿਜ਼ਨਸਮੈਨ, ਵੱਡੇ ਵੱਡੇ ਫਰੈਂਡਸ ਨੇ, ਉਹਨਾਂ ਦੇ ਹੱਕ ਵਿੱਚ ਜਾਂਦੀਆਂ ਨੇ, ਉਹਨਾਂ ਨੂੰ ਫਾਇਦਾ ਦਿੰਦੀਆਂ ਨੇ, ਆਮ ਜਨਤਾ ਦੇ ਹੱਕ ਵਿੱਚ ਉਨੀਆਂ ਨਹੀਂ ਹੁੰਦੀਆਂ। ਪਾਲਿਸੀਜ਼ ਇੱਦਾਂ ਦੀਆਂ ਬਣਾਈਆਂ ਜਾਂਦੀਆਂ ਨੇ ਕਿ ਜਿਨ੍ਹਾਂ ਸਟੇਟਸ ਦੇ ਵਿੱਚ BJP ਦੀ ਗਵਰਨਮੈਂਟ ਹੈ ਉੱਥੇ ਫਾਇਦਾ ਮਿਲਦਾ ਹੈ, ਤੇ ਜਿੱਥੇ ਨਾਨ BJP ਗਵਰਨਮੈਂਟਸ ਪਰਫਾਰਮ ਕਰ ਰਹੀਆਂ ਨੇ ਉਹਨਾਂ ਨੂੰ ਉਹ ਫਾਇਦਾ ਨਹੀਂ ਮਿਲਦਾ। ਤਾਂ ਇਹ ਰਿਓੜੀ ਕਲਚਰ ਨਹੀਂ ਹੈ। ਸੈਂਟਰ 'ਚ ਬੈਠੀ ਹੋਈ BJP ਉਹਨਾਂ ਬਿਜ਼ਨਸਮੈਨਸ ਨੂੰ, ਉਹਨਾਂ ਬਿਊਰੋਕਰੇਟਸ ਨੂੰ, ਉਹਨਾਂ ਸਟੇਟਸ ਨੂੰ, ਜਿੱਥੇ ਜਿੱਥੇ BJP ਦਾ ਨੈਟਵਰਕ ਹੈ, ਜਿੱਥੇ ਜਿੱਥੇ ਉਹਨਾਂ ਦੇ ਆਪਣੇ ਬੰਦੇ ਨੇ, ਉਹਨਾਂ ਨੂੰ ਜ਼ਿਆਦਾ ਫਾਇਦਾ ਦਿੰਦੀ ਹੈ। ਬਾਕੀ ਥਾਂ 'ਤੇ ਫਾਇਦਾ ਨਹੀਂ ਹੁੰਦਾ। ਆਪਣੇ ਬੰਦੇ ਤਾਂ ਖੈਰ ਸੰਵਿਧਾਨ ਦੇ ਮੁਤਾਬਿਕ ਸਾਰੇ ਹੀ ਨੇ, ਸਾਰੇ ਭਾਰਤ ਵਾਸੀ ਉਹਨਾਂ ਦੇ ਆਪਣੇ ਬੰਦੇ ਨੇ, ਪਰ ਜੇ ਨੁਕਤਾ ਨਜ਼ਰ ਨਾਲ ਦੇਖੋ, ਗਹਿਰਾਈ ਨਾਲ ਦੇਖੋ, ਤਾਂ ਤੁਹਾਨੂੰ ਕਿਤੇ ਨਾ ਕਿਤੇ ਪਲੜਾ ਉਧਰ ਭਾਰੀ ਨਜ਼ਰ ਆਏਗਾ ਜਿੱਧਰ ਉਹਨਾਂ ਦੇ ਆਪਣੇ ਬੰਦੇ, ਆਪਣੇ ਫਰੈਂਡਸ, ਉਹਨਾਂ ਨੂੰ ਫਾਇਦਾ ਦੇਣ ਵਾਲੇ ਫਰੈਂਡਸ ਬੈਠੇ ਨੇ, ਚਾਹੇ ਉਹ ਬਿਊਰੋਕਰੇਟਸ ਨੇ, ਚਾਹੇ ਉਹ ਆਮ ਲੋਕ ਨੇ, ਚਾਹੇ ਉਹ ਪਾਰਟੀ ਵਰਕਰਸ ਨੇ, ਚਾਹੇ ਉਹ ਬਿਜ਼ਨਸਮੈਨ ਨੇ, ਚਾਹੇ ਉਹ ਪੋਲੀਟੀਸ਼ੀਅਨਸ ਨੇ। ਐਨੀਬਾਡੀ ਜਿਹੜੇ ਉਹਨਾਂ ਨੂੰ ਫਾਇਦਾ ਦਿੰਦੇ ਨੇ ਉਹਨਾਂ ਵੱਲ ਝੁਕਾਅ ਜ਼ਿਆਦਾ ਹੈ। ਇਹ ਰਿਓੜੀ ਕਲਚਰ ਨਹੀਂ ਹੈ। ਹਾਲਾਂਕਿ ਸਭ ਨੂੰ ਸਮਝ ਆ ਰਿਹਾ ਹੈ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ, ਫਿਰ ਵੀ ਅਸੀਂ ਡਿਸਕਸ ਕਰਾਂਗੇ ਇਸ ਬਾਰੇ। ਔਰ ਸਾਡੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਜਾਣੇ ਮਾਣੇ ਇਕੋਨੋਮਿਸਟ ਰਾਜੀਵ ਖੋਸਲਾ ਜੀ। ਰਾਜੀਵ ਜੀ ਸਵਾਗਤ, ਵੈਲਕਮ ਜੀ ਆਇਆਂ ਨੂੰ। ਮਿਹਰਬਾਨੀ ਜੀ ਖੰਨਾ ਸਾਹਿਬ, ਔਰ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ।
ਰਾਜੀਵ ਜੀ, ਰਿਓੜੀਆਂ ਤਾਂ ਸਾਨੂੰ ਸਾਰਿਆਂ ਨੂੰ ਬੜੀਆਂ ਪਸੰਦ ਨੇ, ਗੁੜ ਦੀਆਂ ਵੀ ਹੁੰਦੀਆਂ ਨੇ ਤੇ ਚੀਨੀ ਦੀਆਂ ਵੀ ਹੁੰਦੀਆਂ ਨੇ। ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਲੋਹੜੀ ਦੇ ਤਿਉਹਾਰ ਦੇ ਉੱਤੇ ਰਿਓੜੀਆਂ ਖਾਸ ਪਸੰਦ ਕੀਤੀਆਂ ਜਾਂਦੀਆਂ ਨੇ। ਸੋ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਇਹ ਰਿਓੜੀ ਕਲਚਰ ਦੀ ਗੱਲ ਕੀਤੀ ਹੈ, ਥੋੜ੍ਹੀ ਬਹੁਤ ਤੇ ਮੈਂ ਗੱਲ ਕਰ ਸਕਿਆ ਹਾਂ ਇੱਕ ਪ੍ਰੈਜ਼ੈਂਟਰ ਦੇ ਤੌਰ ਤੇ ਭੂਮਿਕਾ ਦੇ ਵਿੱਚ, ਪਰ ਡਿਟੇਲ ਦੇ ਵਿੱਚ ਤੁਸੀਂ ਇੱਕ ਐਕਸਪਰਟ ਦੇ ਨਾਤੇ ਤੁਸੀਂ ਦੱਸੋਗੇ ਇਹ ਰਿਓੜੀ ਕਲਚਰ ਵਾਕਈ ਐਗਜ਼ਿਸਟ ਕਰਦਾ ਹੈ ਕਿ ਐਵੇਂ ਹੀ ਹਵਾ 'ਚ ਗੱਲਾਂ ਕੀਤੀ? ਕਿਉਂਕਿ ਕਈ ਵਾਰ ਕਿਹਾ ਜਾਂਦਾ ਨਾ ਕਿ ਸਾਡੇ PM ਸਾਹਿਬ ਜੁਮਲੇ ਬਹੁਤ ਸੁਣਾ ਦਿੰਦੇ ਨੇ, ਇਹ ਜੁਮਲਾ ਤਾਂ ਨਹੀਂ ਕਿਤੇ? ਨਹੀਂ ਜੀ, ਜਿਹੜੀ ਰਿਓੜੀਆਂ ਦੀ ਗੱਲ ਕੀਤੀ ਹੈ ਵੀ ਰੇਵੜੀ ਕਲਚਰ, ਔਰ ਜਿਹਨੂੰ ਅਸੀਂ ਫਰੀਬੀਜ਼ ਦੇ ਨਾਮ ਤੇ ਅੰਗਰੇਜ਼ੀ ਦੇ ਵਿੱਚ ਫਰੀਬੀਜ਼ ਦੇ ਨਾਮ ਤੇ ਉਚਾਰਦੇ ਹਾਂ, ਬਿਲਕੁਲ ਠੀਕ ਹੈ। ਇਹ ਚੀਜ਼ਾਂ ਮਾਰਕੀਟ ਦੇ ਵਿੱਚ ਜਾਂ ਸਾਰੀਆਂ ਪਾਰਟੀਆਂ, ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ, ਇੰਕਲੂਡਿੰਗ BJP, ਕਾਂਗਰਸ, ਆਮ ਆਦਮੀ ਪਾਰਟੀ, ਹੋਰ ਵੀ ਜਿੱਥੇ ਜਿੱਥੇ ਸੂਬੇ ਦੇ ਵਿੱਚ ਜਿਹੜੀਆਂ ਵੀ ਪਾਰਟੀਆਂ ਨੇ, ਉਹ ਸਾਰੀਆਂ ਇਹ ਰੇਵੜੀ ਕਲਚਰ ਦੇ ਵਿੱਚ ਲੱਗੀਆਂ ਹੋਈਆਂ। ਕੋਈ ਵੀ ਪਾਰਟੀ ਇਹਦੇ ਤੋਂ ਅਲੱਗ ਨਹੀਂ ਹੈ। ਹੁਣ ਸਮੱਸਿਆ ਤਾਂ ਇਹ ਵੀ ਆਪਾਂ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ ਵੀ ਰੇਵੜੀ ਕਲਚਰ ਜਿਹੜਾ ਹੈ ਇਹ ਕੀ ਚੀਜ਼ ਹੈ, ਰੇਵੜੀ ਕਿਉਂ ਇਹਨੂੰ ਉਚਾਰਿਆ ਜਾਂਦਾ, ਔਰ ਫਰੀਬੀਜ਼ ਹੈ ਕੀ? ਦੇਖੋ, ਫਰੀਬੀ ਹੁੰਦੀ ਹੈ ਉਹ ਚੀਜ਼ ਜਿਹੜੀ ਸਰਕਾਰ ਜਾਂ ਤਾਂ ਉਹਨੂੰ ਮੁਫਤ ਦੇਵੇ, ਕੋਈ ਵੀ ਐਨੀ ਗੁੱਡ ਔਰ ਸਰਵਿਸ, ਕਿਸੇ ਤਰੀਕੇ ਦੀ ਵੀ ਸਰਕਾਰ ਵੱਲੋਂ ਸਾਨੂੰ ਚੀਜ਼ਾਂ ਮੁਫਤ ਮੁਹੱਈਆ ਕਰਵਾਈਆਂ ਜਾਣ ਜੀ, ਜਾਂ ਜੋ ਇਹਦੀ ਐਕਚੁਅਲ ਕਾਸਟ ਹੈ, ਜੋ ਉਹਦਾ ਅਸਲ ਦੇ ਵਿੱਚ ਉਹਦੀ ਕੀਮਤ ਹੈ, ਉਸ ਤੋਂ ਘੱਟ ਰੇਟ ਤੇ ਸਾਨੂੰ ਐਜ਼ ਅ ਕੰਜ਼ਿਊਮਰ ਸਾਨੂੰ ਪ੍ਰੋਵਾਈਡ ਕਰਵਾਈ ਜਾਵੇ, ਉਸ ਚੀਜ਼ ਨੂੰ ਅਸੀਂ ਰੇਵੜੀ ਕਹਿੰਦੇ ਹਾਂ ਜਾਂ ਫਰੀਬੀਜ਼ ਕਹਿੰਦੇ ਹਾਂ। ਪਹਿਲਾਂ ਤਾਂ ਟੈਕਨੀਕਲ ਇਹਦੀ ਜਿਹੜੀ ਪਰਿਭਾਸ਼ਾ ਅਸੀਂ ਉਹ ਚੀਜ਼ ਦੇਖੀਏ। ਦੂਜੀ ਚੀਜ਼ ਜਿਹੜੀ ਹੈ ਵੀ ਇਹ ਕੋਈ ਨਵੀਂ ਚੀਜ਼ ਨਹੀਂ ਹੈ, ਇਹ ਅੱਜ ਤੋਂ ਨਹੀਂ ਚੱਲ ਰਹੀ। ਜੇ ਅਸੀਂ ਇਤਿਹਾਸ ਦੇ ਵਿੱਚ ਝਾਤੀ ਮਾਰਦੇ ਹਾਂ ਤਾਂ 1956 ਦੇ ਵਿੱਚੋਂ ਜਦੋਂ ਮੈਂ ਇਸ ਚੀਜ਼ ਨੂੰ ਦੇਖ ਰਿਹਾ ਸਾਂ ਤਾਂ ਮੈਂ ਉਹਦੇ ਵਿੱਚੋਂ ਦੀ ਆਪਣਾ ਜਿੱਥੇ ਤੱਕ ਮੈਨੂੰ ਨਜ਼ਰ ਆਇਆ 1956 ਦੇ ਵਿੱਚ ਜਿਹੜੇ ਤਾਮਿਲਨਾਡੂ ਦੇ ਚੀਫ ਮਿਨਿਸਟਰ ਸੀ ਕੇ ਕਾਮਰਾਜ, ਉਹਨਾਂ ਨੇ ਇਹਨੂੰ ਰੇਵੜੀ ਦੇ ਤੌਰ ਤੇ ਤਾਂ ਨਹੀਂ ਪਰ ਇਦਾਂ ਦਾ ਰਲਦਾ ਮਿਲਦਾ ਕੋਈ ਫਰੀਬੀਜ਼ ਦਿੱਤੀਆਂ ਸੀ। ਉਸ ਵੇਲੇ ਉਹਨਾਂ ਨੇ ਕੀਤਾ ਕੀ ਸੀ ਕਿ 200 ਦਿਨ ਦੇ ਲਈ ਜਿਹੜਾ ਫ੍ਰੀ ਬੱਚਿਆਂ ਨੂੰ ਖਾਣਾ ਪ੍ਰੋਵਾਈਡ ਕਰਾਇਆ, ਕਿ ਜਿਹੜੇ ਬੱਚੇ ਗਵਰਨਮੈਂਟ ਸਕੂਲ ਦੇ ਵਿੱਚ ਜਾਂਦੇ ਨੇ, ਪ੍ਰਾਇਮਰੀ ਸਕੂਲ ਦੇ 5ਵੀਂ ਤੱਕ ਦੇ ਜਿਹੜੇ ਨਿਆਣੇ ਨੇ, ਉਹਨਾਂ ਨੂੰ, ਤਾਂ ਕਿ ਉਹ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਆਉਣ, ਉਹਨਾਂ ਦੀ ਐਨਰੋਲਮੈਂਟ ਵਧੇ। ਤਾਂ ਪਹਿਲਾਂ ਮੈਨੂੰ ਜਿਹੜਾ ਇਹਦਾ ਉਦਾਹਰਣ ਮਿਲਿਆ ਵੀ ਫਰੀਬੀਜ਼ ਦਾ, ਉਹ 1956 ਤੋਂ ਨਜ਼ਰ ਆਇਆ ਵੀ ਕੇ ਕਾਮਰਾਜ ਜਿਹੜੇ ਉੱਥੇ ਦੇ ਮੁੱਖ ਮੰਤਰੀ ਤਾਮਿਲਨਾਡੂ ਦੇ ਸਨ, ਉਹਨਾਂ ਨੇ ਪਹਿਲੀ ਵਾਰੀ 200 ਦਿਨ ਦੇ ਲਈ ਜਿਹੜੇ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਤਾਮਿਲਨਾਡੂ ਦੇ ਸਕੂਲਾਂ ਦੇ ਵਿੱਚ, ਜਾਂ ਜਿਹੜੇ ਗਰੀਬ ਘਰਾਂ ਨੂੰ ਜਿਨ੍ਹਾਂ ਦਾ ਗਰੀਬ ਘਰਾਂ ਤੋਂ ਆਉਂਦੇ ਸਨ, ਉਹਨਾਂ ਬੱਚਿਆਂ ਨੂੰ 200 ਦਿਨ ਦੇ ਲਈ ਮੁਫਤ ਖਾਣੇ ਦਾ ਉਹਨਾਂ ਨੇ ਪ੍ਰਬੰਧ ਕੀਤਾ। ਉਸ ਤੋਂ ਬਾਅਦ ਇਸ ਸਕੀਮ ਨੂੰ 1982 ਦੇ ਵਿੱਚ MG ਰਾਮਚੰਦਰਨ ਉੱਥੇ ਦੇ ਇੱਕ ਹੋਰ ਮੁੱਖ ਮੰਤਰੀ ਹੋਏ ਨੇ ਤਾਮਿਲਨਾਡੂ ਨੇ, ਉਹਨੂੰ ਇਸ ਸਕੀਮ ਨੂੰ ਉਹਨਾਂ ਨੇ ਵਧਾਤਾ। ਉਹਨਾਂ ਨੇ ਇਹਨੂੰ ਆਂਗਨਵਾੜੀਆਂ ਦੇ ਵਿੱਚ ਵੀ ਲੈ ਗਏ। ਉਹ ਸੇਮ ਸਕੀਮ ਵੀ ਫਰੀਬੀਜ਼ ਜਿਹੜੀਆਂ ਨੇ ਸਿਰਫ ਪ੍ਰਾਇਮਰੀ ਸਕੂਲਾਂ ਤੱਕ ਨਹੀਂ, ਇਹਨਾਂ ਦਾ ਆਂਗਨਵਾੜੀਆਂ ਦੇ ਵਿੱਚ ਵੀ ਜਾਣਗੀਆਂ। ਤੇ ਨਾਲ ਹੀ ਉਹਨਾਂ ਨੇ 5 ਸਾਲ ਤੋਂ 9 ਸਾਲ ਤੱਕ ਦਾ ਜਿਹੜਾ ਏਜ ਗਰੁੱਪ ਹੈ ਬੱਚਿਆਂ ਦਾ, ਉਹਨਾਂ ਨੂੰ ਵੀ ਵਿੱਚ ਇਨਕਲੂਡ ਕਰ ਲਿਆ ਵੀ ਅਸੀਂ ਇਹਨਾਂ ਬੱਚਿਆਂ ਦੇ ਲਈ ਵੀ 5 ਤੋਂ 9 ਵਾਲੇ ਬੱਚੇ ਜਿਹੜੇ ਪੇਂਡੂ ਖੇਤਰ ਦੇ ਵਿੱਚ ਨੇ, ਪੇਂਡੂ ਸਕੂਲਾਂ ਦੇ ਵਿੱਚ ਨੇ, ਉਹਨਾਂ ਨੂੰ ਵੀ ਅਸੀਂ ਖਾਣਾ ਜਿਹੜਾ ਹੈ ਮੁਹੱਈਆ ਕਰਾਵਾਂਗੇ, ਫ੍ਰੀ ਲੰਚ। ਉਸ ਤੋਂ ਬਾਅਦ 1995 ਆਂਦੇ ਆਂਦੇ ਇਹ ਸਕੀਮ ਮਿਡ ਡੇ ਮੀਲ ਬਣ ਗਈ। ਸੈਂਟਰ ਗਵਰਨਮੈਂਟ ਨੇ ਇਸ ਚੀਜ਼ ਨੂੰ ਅਡਾਪਟ ਕਰਕੇ ਇੰਪਲੀਮੈਂਟ ਕੀਤਾ। ਤਾਂ ਇਹ ਜਿਹੜੀਆਂ ਚੀਜ਼ਾਂ ਨੇ, ਮੈਂ ਜਿਹੜੀ ਗੱਲ ਦੱਸੀ ਹੈ ਵੀ ਦੇਖੋ ਕਿੱਥੋਂ ਸ਼ੁਰੂ ਹੋਈ ਹੈ, 56 ਦੇ ਵਿੱਚ ਸ਼ੁਰੂ ਹੋਈ ਹੈ 1956 ਚ, ਔਰ 1995 ਆਂਦੇ ਆਂਦੇ ਸੈਂਟਰ ਗਵਰਨਮੈਂਟ ਨੇ ਇਸ ਚੀਜ਼ ਨੂੰ ਅਡਾਪਟ ਕਰ ਲਿਆ। ਤਾਂ ਉਸ ਤੋਂ ਬਾਅਦ ਇਹ ਜਿਹੜਾ ਇੱਕ ਕਲਚਰ ਬਣ ਗਿਆ, ਸਾਰੀਆਂ ਸਟੇਟਸ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ। ਕਿਸੇ ਸਟੇਟ ਦੇ ਜਿਹੜੇ ਪੋਲੀਟੀਕਲ ਪਾਰਟੀਆਂ ਸਨ, ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਇਹ ਅਨਾਉਂਸ ਕਰਤਾ ਵੀ ਅਸੀਂ ਸਾਈਕਲ ਦੇਵਾਂਗੇ ਬੱਚਿਆਂ ਨੂੰ। ਬਿਹਾਰ ਦੇ ਵਿੱਚ 2006 ਦੇ ਵਿੱਚ ਸਾਈਕਲ ਦਿੱਤੇ ਗਏ ਸਨ ਕੁੜੀਆਂ ਦੇ ਲਈ, ਵੀ ਜਿਹੜੀਆਂ ਬੱਚੀਆਂ ਸਕੂਲ ਜਾਂਦੀਆਂ ਨੇ ਉਹਨਾਂ ਨੂੰ ਸਾਈਕਲ ਦਿੱਤੇ ਜਾਣ। ਪੰਜਾਬ ਦੇ ਵਿੱਚ 1997 ਦੇ ਵਿੱਚ
1997 ਤੇ 2002 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਚੀਫ ਮਿਨਿਸਟਰ ਸਨ, ਉਹਨਾਂ ਨੇ ਫ੍ਰੀ ਬਿਜਲੀ ਦੀ ਗੱਲ ਕੀਤੀ ਵੀ ਅਸੀਂ ਫਾਰਮਰਸ ਦੇ ਲਈ ਫ੍ਰੀ ਬਿਜਲੀ ਦੇਵਾਂਗੇ। ਮੁੱਖ ਮੰਤਰੀ ਜਦੋਂ ਚੇਂਜ ਹੋਏ 2002 ਦੇ ਵਿੱਚ, ਕੈਪਟਨ ਸਾਹਿਬ ਨੇ ਇਸ ਚੀਜ਼ ਨੂੰ ਪਰੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਪਟਨ ਸਾਹਿਬ ਹਾਰ ਗਏ ਸੀਗੇ, ਤਾਂ ਉਹ ਪੋਲੀਟੀਕਲ ਬਣ ਗਈ ਇਹ ਚੀਜ਼। ਜਿਹੜੀ ਸੀ ਸਮੱਸਿਆ ਉਦੋਂ ਆ ਗਈ, ਉਹ ਜਿਹੜੀ ਫ੍ਰੀ ਬੀਜ ਸੀਗੀਆਂ ਉਹ ਜ਼ਿਆਦਾ ਦੇਰ ਤੱਕ ਜਦੋਂ ਸਿਸਟਮ ਦੇ ਵਿੱਚ ਪਈਆਂ ਰਹੀਆਂ, ਉਹ ਚੀਜ਼ ਜਿਹੜੀ ਹੈ ਕੈਂਸਰ ਦਾ ਰੂਪ ਅਖਤਿਆਰ ਕਰ ਗਈ। ਪਰ ਹਰ ਸਟੇਟ ਦੇ ਵਿੱਚ ਇਹ ਚੀਜ਼ ਹੋ ਰਹੀ ਹੈ। ਦੁਬਾਰਾ ਤੋਂ ਸਰਕਾਰ ਬਣੀ ਅਕਾਲੀ ਦਲ ਦੀ, ਤਾਂ ਉਹਨਾਂ ਨੇ ਆਟਾ ਦਾਲ ਸਕੀਮ ਦੀ ਗੱਲ ਕੀਤੀ ਸੀ ਵੀ 4 ਰੁਪਏ ਕਿਲੋ ਆਟਾ, 20 ਰੁਪਏ ਕਿਲੋ ਦਾਲ ਜਿਹੜੀ ਅਸੀਂ ਦੇਵਾਂਗੇ। ਫ੍ਰੀ ਲੈਪਟਾਪ ਦੀ ਗੱਲ ਹੋਣੀ ਸ਼ੁਰੂ ਹੋ ਗਈ। ਯੂਪੀ ਦੇ ਵਿੱਚ ਗੱਲ ਹੋਈ ਵੀ ਅਸੀਂ ਫ੍ਰੀ ਲੈਪਟਾਪ ਦੇਵਾਂਗੇ ਬੱਚਿਆਂ ਨੂੰ। ਤਾਂ ਹਰ ਸਟੇਟ ਜਿਹੜੀ ਹੈ ਇਹਦੇ ਵਿੱਚ ਕੰਮ ਕਰ ਰਹੀ ਹੈ। ਹੁਣ ਜਿਹੜੀ ਹੈ, ਹੁਣ ਆਪਾਂ ਨੇ ਵੀ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਗੱਲ ਕੀਤੀ ਹੈ, ਉਹ ਗੱਲ ਦੇਖੋ, ਉਹ ਗੱਲ ਉਹਨਾਂ ਨੇ ਸਟੇਟਸ ਨੂੰ ਭਾਵੇਂ ਕਹਿਤਾ ਵੀ ਤੁਸੀਂ ਨਾ ਦਿਓ ਜਾਂ ਰੇਵੜੀ ਕਲਚਰ ਦੇ ਨਾਲ, ਉਹ ਪੋਲੀਟੀਕਲ ਐਂਗਲ ਤਾਂ ਉਹਦਾ ਜਿਹੜਾ ਹੋਏਗਾ ਉਹ ਠੀਕ ਹੈ। ਪਰ ਜਿੱਦਾਂ ਸਟੇਟਸ ਔਰ ਪ੍ਰਧਾਨ ਮੰਤਰੀ ਦੀ ਆਪਸ ਦੇ ਵਿੱਚ ਉਹਦੇ ਤੇ ਅਟੈਕ ਔਰ ਕਾਊਂਟਰ ਅਟੈਕ ਹੋਣਾ ਸ਼ੁਰੂ ਹੋ ਗਿਆ, ਰਿਟੈਲੀਏਸ਼ਨ ਹੋਣੀ ਸ਼ੁਰੂ ਹੋ ਗਈ ਪ੍ਰਧਾਨ ਮੰਤਰੀ ਜੀ ਦੇ ਜਿਹੜੇ ਵਾਕ ਸਨ ਉਹਨਾਂ ਦੇ ਉੱਤੇ, ਉਹ ਠੀਕ ਨਹੀਂ ਹੈ। ਕਿਸੇ ਵੀ ਡੈਮੋਕ੍ਰੇਸੀ ਦੇ ਲਈ ਉਹ ਚੀਜ਼ ਠੀਕ ਨਹੀਂ ਹੈ। ਜਦਕਿ ਅਸੀਂ ਜਾਣਦੇ ਹਾਂ ਵੀ ਕੇਂਦਰ ਸਰਕਾਰ, ਹੁਣ ਸਵਾਲ ਇੱਥੇ ਖੜੇ ਹੋ ਗਏ ਵੀ ਕੇਂਦਰ ਸਰਕਾਰ ਨੇ 12 ਲੱਖ ਕਰੋੜ ਰੁਪਏ ਦਾ, 12.6 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੈ ਉਹ ਮਾਫ ਕੀਤਾ। ਜਿਹੜੇ ਕਰੋਨੀਜ਼ ਨੇ, ਜਿਹੜੇ ਕੈਪੀਟਲਿਸਟ ਨੇ, ਜਿਹੜੇ ਵੱਡੇ ਸਰਮਾਏਦਾਰ ਨੇ, ਕਿਆ ਉਹ ਰੇਵੜੀ ਕਲਚਰ ਦੇ ਵਿੱਚ ਆਉਂਦਾ ਕਿ ਨਹੀਂ ਆਉਂਦਾ? ਜੋ ਆਪੋਜੀਸ਼ਨ ਨੇ ਪ੍ਰਧਾਨ ਮੰਤਰੀ ਜੀ ਦੇ ਉੱਤੇ ਐਲੀਗੇਸ਼ਨਸ ਲਾਈਆਂ ਨੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਪ੍ਰਾਈਮ ਮਿਨਿਸਟਰ ਕਿਸਾਨ, ਜਿਹਦੇ ਚ 68,000 ਕਰੋੜ ਰੁਪਈਆ ਪ੍ਰਧਾਨ ਮੰਤਰੀ ਜੀ ਨੇ ਬਜਟ ਦੇ ਵਿੱਚ ਰਖਵਾਇਆ ਹੋਇਆ, ਕਿਆ ਉਹ ਰੇਵੜੀ ਕਲਚਰ ਚ ਆਉਂਦਾ ਕਿ ਨਹੀਂ ਆਉਂਦਾ? 1.97 ਲੱਖ ਕਰੋੜ ਦਾ 14 ਸੈਕਟਰਸ ਦੇ ਲਈ ਜਿਹੜਾ ਪ੍ਰੋਡਕਸ਼ਨ ਲਿੰਕਡ ਸਕੀਮਸ ਹੈ, PLI ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮਸ ਨੇ, ਕਿਆ ਉਹ ਰੇਵੜੀ ਕਲਚਰ ਦੇ ਵਿੱਚ ਆਉਣਗੀਆਂ ਜਾਂ ਨਹੀਂ ਆਉਣਗੀਆਂ? ਨੀਤੀ ਆਯੋਗ ਨੇ ਪਿਛਲੇ ਸਾਲ 2 ਪ੍ਰਪੋਜ਼ਲ ਦਿੱਤੇ ਸਨ। ਪਹਿਲਾ ਪ੍ਰਪੋਜ਼ਲ ਸੀ, ਉਹਨਾਂ ਨੇ ਕਿਹਾ ਵੀ ਫੂਡ ਸਬਸਿਡੀਜ਼ ਜਿਹੜੀਆਂ ਨੇ ਉਹ ਘਟਾਈਆਂ ਜਾਣ। ਜਿਹੜੀ ਲੋਕਾਂ ਨੂੰ ਮੁਫਤ ਅਨਾਜ ਮਿਲਦਾ ਹੈ, ਚਾਹੇ ਉਹ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਹਿਸਾਬ ਦੇ ਨਾਲ ਮਿਲਦਾ ਹੈ ਜਾਂ 80 ਕਰੋੜ ਲੋਕਾਂ ਨੂੰ ਜਿਹੜਾ ਫ੍ਰੀ ਰਾਸ਼ਨ ਦਿੱਤਾ ਜਾਂਦਾ, ਉਹਨੂੰ ਘਟਾਇਆ ਜਾਵੇ, ਜਿਹਦੇ ਨਾਲ 90 ਕਰੋੜ ਲੋਕ ਜਿਹੜੇ ਇਹਦਾ ਫਾਇਦਾ ਚੱਕਦੇ ਆ, ਉਹਨਾਂ ਦਾ ਨੰਬਰ ਘਟਾ ਕੇ 72 ਕਰੋੜ ਤੇ ਲੈ ਕੇ ਆਂਦਾ ਜਾਵੇ। ਇਹਦੇ ਨਾਲ ਸਟੇਟ ਨੂੰ 47,000 ਕਰੋੜ ਰੁਪਏ ਦਾ ਫਾਇਦਾ ਮਿਲੇਗਾ। ਕਿਆ ਇਹਦਾ ਮਤਲਬ ਹੈ ਵੀ 47,000 ਕਰੋੜ ਰੁਪਏ ਦੇ ਨਾਲ ਪ੍ਰਧਾਨ ਮੰਤਰੀ ਜੀ ਜਾਂ ਕੇਂਦਰ ਸਰਕਾਰ ਜਿਹੜੀ ਹੈ ਉਹ ਰੇਵੜੀਆਂ ਵੰਡ ਰਹੀ ਹੈ? ਫਿਰ ਇੱਕ ਸਵਾਲ ਆ ਰਿਹਾ ਵੀ ਇਲੈਕਟ੍ਰਿਕ ਵਹੀਕਲਸ, ਜਿਹਦੀ ਅੱਜ ਕੱਲ ਚਰਚਾ ਹੋ ਰਹੀ ਹੈ, ਇਲੈਕਟ੍ਰਿਕ ਵਹੀਕਲਸ 2030 ਤੱਕ ਅਸੀਂ ਸਬਸਿਡੀ ਦੇਵਾਂਗੇ, ਕਿਆ ਉਹ ਰੇਵੜੀਆਂ ਦੇ ਵਿੱਚ ਆਉਂਦਾ ਹੈ ਕਿ ਨਹੀਂ ਆਉਂਦਾ? ਤਾਂ ਇਹ ਬੜਾ ਹੀ ਗੁੰਝਲਦਾਰ ਇੱਕ ਚਰਚਾ ਦਾ ਵਿਸ਼ਾ ਹੈ ਵੀ ਰੇਵੜੀ ਕਿਹਨੂੰ ਕਿਹਾ ਜਾਵੇ ਤੇ ਕਿਹਨੂੰ ਨਾ ਕਿਹਾ ਜਾਵੇ। ਦੇਖੋ, ਚਾਹੇ ਸਟੇਟ ਗਵਰਨਮੈਂਟ ਹੈ ਚਾਹੇ ਸੈਂਟਰਲ ਗਵਰਨਮੈਂਟ ਹੈ, ਲੋਨ ਲੈਂਦੀ ਹੈ। ਲੋਨ ਲੈਣ ਤੋਂ ਬਾਅਦ ਉਸ ਪੈਸੇ ਦੇ ਨਾਲ ਸਬਸਿਡੀਜ਼, ਰੇਵੜੀ ਕਲਚਰ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਔਰ ਵੱਡੇ ਵੱਡੇ ਜਿਹੜੇ ਕਾਰਪੋਰੇਟਸ ਨੇ ਉਹਨਾਂ ਦੇ ਲੋਨ ਵਾਪਸ ਹੋ ਜਾਂਦੇ ਨੇ, ਪਰ ਜਿਹੜੇ ਕਿਸਾਨ ਨੇ ਉਹਨਾਂ ਦੇ ਲੋਨ ਮਾਫ ਨਹੀਂ ਹੁੰਦੇ, ਉਹ ਖੁਦਕੁਸ਼ੀਆਂ ਕਰਦੇ ਨੇ। ਸੋ ਇਹ ਰੇਵੜੀ ਕਲਚਰ ਨਹੀਂ ਹੈ। ਕਿਸਾਨਾਂ ਵੱਲ ਧਿਆਨ ਨਹੀਂ ਹੈ, ਕਾਰਪੋਰੇਟਸ ਵੱਲ ਧਿਆਨ ਹੈ, ਜਿਹੜੇ ਉਹਨਾਂ ਦੇ ਫਰੈਂਡਸ ਨੇ ਉਹਨਾਂ ਵੱਲ ਧਿਆਨ ਹੈ। ਇੱਕ ਗੱਲ ਹੋਰ ਮੈਂ ਕਹਾਂ ਕਿ ਗੌਤਮ ਅਡਾਨੀ ਜੀ ਦੁਨੀਆ ਦੇ ਸ਼ਾਇਦ ਤੀਸਰੇ ਨੰਬਰ ਦੇ ਸਭ ਤੋਂ ਵੱਡੇ ਆਦਮੀ, ਵੱਡੇ ਅਮੀਰ ਆਦਮੀ ਬਣ ਗਏ ਨੇ। ਐਮ ਆਈ ਰਾਈਟ ਸਰ? ਬਿਲਕੁਲ ਠੀਕ ਹੈ। ਇਹ ਰੇਵੜੀ ਕਲਚਰ ਦੀ ਪ੍ਰੋਡਕਟ ਨਹੀਂ ਹੈਗੇ ਗੌਤਮ ਅਡਾਨੀ ਜੀ? ਹਾਂਜੀ ਸਰ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ, ਤੁਹਾਨੂੰ ਨਹੀਂ ਲੱਗਦਾ ਇਹ ਵੀ? ਬਿਲਕੁਲ ਠੀਕ ਹੈ। ਦੇਖੋ, ਹੁੰਦਾ ਕੀ ਹੈ ਵੀ ਜਦੋਂ ਸਰਕਾਰਾਂ ਜਿਹੜੀਆਂ ਨੇ, ਜਿਹੜੇ ਰਿਸੋਰਸਸ ਨੇ ਜਿੱਥੇ ਜਾਣੇ ਚਾਹੀਦੇ ਨੇ, ਜਿਹੜੇ ਲੋਕਾਂ ਵੱਲ, ਜਿਹੜਾ ਅਸੀਂ ਇੱਕ ਵੈਲਫੇਅਰ ਸਟੇਟ ਦਾ ਮਾਡਲ ਲਿੱਤਾ ਹੋਇਆ ਹਿੰਦੁਸਤਾਨ ਦੇ ਵਿੱਚ, ਵੀ ਸਰਕਾਰਾਂ ਦਾ ਇੱਕ ਜਿਹੜਾ ਕੰਮ ਹੋਏਗਾ ਉਹ ਕਲਿਆਣ ਕਰਨਾ ਹੋਏਗਾ ਲੋਕਾਂ ਦਾ। ਜਦੋਂ ਸਰਕਾਰ ਆਪਣਾ ਜਿਹੜਾ ਰੁਝਾਨ ਹੈ ਉਹ ਲੋਕਾਂ ਵੱਲੋਂ ਹਟਾ ਕੇ ਜਿਹੜਾ ਕਾਰਪੋਰੇਟਸ ਵੱਲ ਜਾਂ ਸਰਮਾਏਦਾਰਾਂ ਵੱਲ ਲੈ ਜਾਂਦੀ ਹੈ, ਜਦੋਂ ਸਾਰੀਆਂ ਗਵਰਨਮੈਂਟ ਦੀਆਂ ਚੈਨਲਾਈਜ਼ ਹੋ ਜਾਂਦੀਆਂ ਐਫਰਟਸ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਜਿਹੜੇ ਸਰਮਾਏਦਾਰ ਨੇ, ਕਾਰਪੋਰੇਟਸ ਨੇ, ਉਹਨਾਂ ਨੂੰ ਮਦਦ ਕੀਤੀ ਜਾਵੇ, ਤਾਂ ਸਮੱਸਿਆ ਆਉਂਦੀ ਹੈ। ਹੁਣ ਇੱਕ ਮੈਂ ਇਹਨੂੰ ਹੋਰ ਉਦਾਹਰਨ ਦੇ ਨਾਲ ਤੁਹਾਨੂੰ ਦੱਸਦਾ। ਕੇਂਦਰ ਸਰਕਾਰ ਨੇ 3-4 ਸਾਲ ਪਹਿਲਾਂ ਇੱਕ ਪ੍ਰਪੋਜ਼ਲ ਲਿਆਂਦਾ ਬਜਟ ਦੇ ਵਿੱਚ। ਉਹਨਾਂ ਨੇ
30% ਤੋਂ 22% ਕਰਤਾ ਕਾਰਪੋਰੇਟ ਟੈਕਸ। ਜੀ ਜਿਹੜਾ ਕਾਰਪੋਰੇਟ ਟੈਕਸ ਹੈ, ਜਿਹੜਾ ਕੰਪਨੀਆਂ ਦੇ ਉੱਪਰ, ਜਿਹੜਾ ਸਰਮਾਏਦਾਰਾਂ ਦੇ ਉੱਪਰ, ਵੱਡੇ ਲੋਕਾਂ ਦੇ ਉੱਤੇ ਟੈਕਸ ਲੱਗਦਾ ਸੀ, ਉਹਨੂੰ 30% ਤੋਂ 22% ਕਰਤਾ। ਕਿਆ ਉਹ ਰੇਵੜੀ ਕਲਚਰ ਚ ਆਏਗਾ ਜਾਂ ਨਹੀਂ ਆਏਗਾ? ਜਦੋਂ ਤੱਕ ਤੁਸੀਂ ਲੋਕਾਂ ਦੇ ਉੱਤੇ ਟੈਕਸ ਲਾਈ ਜਾਓਗੇ, ਉਸ ਤੋਂ ਬਾਅਦ ਉਹਨਾਂ ਨੂੰ ਥੋੜਾ ਬਹੁਤਾ ਰੇਵੜੀਆਂ ਦੇ ਦੋਗੇ ਇਲੈਕਸ਼ਨਾਂ ਦੇ ਕੋਲ ਜਾ ਕੇ, ਔਰ 5 ਸਾਲ ਤੁਸੀਂ ਮਦਦ ਕਰੋਗੇ ਕਾਰਪੋਰੇਟ ਦੀ, ਸਰਮਾਏਦਾਰਾਂ ਦੀ, ਤਾਂ ਫਿਰ ਰੇਵੜੀਆਂ ਦੋਏ ਪਾਸੇ ਚੱਲਦੀਆਂ ਨੇ ਜੀ। ਤੁਸੀਂ ਕਿਹੜੇ ਸਮੇਂ ਤੇ ਕਿਹਦੀ ਹੈਲਪ ਕਰ ਰਹੇ ਹੋ, ਉਹ ਤਾਂ ਹੋ ਹੀ ਰਹੀ ਹੈ। ਟਾਈਮ ਦੇ ਹਿਸਾਬ ਦੇ ਨਾਲ ਸਰਕਾਰਾਂ ਕਿਹੜੀਆਂ ਕਿੱਥੇ ਇਲੈਕਸ਼ਨਾਂ ਵੇਲੇ ਕਿਹਨੂੰ ਮੋਬਿਲਾਈਜ਼ ਕਰਦੀਆਂ ਨੇ, ਕਿ ਉਹ ਲੋਕਾਂ ਨੂੰ ਮੋਬਿਲਾਈਜ਼ ਕਰਦੀਆਂ 1-2 ਮਹੀਨੇ ਜਦੋਂ ਇਲੈਕਸ਼ਨਾਂ ਆ ਗਈਆਂ, ਜਾਂ 4.5 ਸਾਲ ਜਦੋਂ ਤੱਕ ਇਲੈਕਸ਼ਨਾਂ ਨਹੀਂ ਆਉਂਦੀਆਂ ਅਗਲੀਆਂ, ਤਦ ਤੱਕ ਜਿਹੜੀ ਸੇਵਾ ਕਰਨੀ ਹੈ ਆਪਣੇ ਕਾਰਪੋਰੇਟ ਮਿੱਤਰਾਂ ਦੀ ਕਰਨੀ ਹੈ, ਤਾਂ ਉਹ ਜਿਹੜੀ ਹੈ ਉਹ ਸਭ ਰੇਵੜੀ ਕਲਚਰ ਦੇ ਵਿੱਚ ਹੀ ਆਏਗਾ ਜੀ। ਜੀ ਔਰ ਇਸ ਦੇ ਨਾਲ ਰਾਜੀਵ ਜੀ, ਜੋ ਸਟੇਟ ਐਕਸਚੈਕਰ ਹੈ, ਜੇ ਆਪਾਂ ਇੰਡੀਆ ਦੇ ਕੰਟੈਕਸਟ ਵਿੱਚ ਵੀ ਦੇਖੀਏ ਔਰ ਪੰਜਾਬ ਦੇ ਕੰਟੈਕਸਟ ਵਿੱਚ ਵੀ ਦੇਖੀਏ, ਫ੍ਰੀਬੀਜ਼ ਪੋਲਿਟਿਕਸ ਭਗਵੰਤ ਮਾਨ ਸਾਹਿਬ ਨੇ ਵੀ ਖੇਡਿਆ ਹੈ। 1000 ਰੁਪੀਜ਼ ਹਰ ਲੇਡੀ ਨੂੰ ਦਿੱਤਾ ਜਾਏ ਜੋ 18 ਸਾਲ ਤੋਂ ਉੱਤੇ ਹੈ। ਹਜੇ ਤੱਕ ਇਹ ਮੈਟੀਰੀਅਲਾਈਜ਼ ਨਹੀਂ ਹੋਇਆ। ਬਿਜਲੀ ਫ੍ਰੀ 500 ਯੂਨਿਟ, ਮਾਫ ਕਰਨਾ 300 ਯੂਨਿਟ ਹਰ ਮਹੀਨੇ, ਇਹ ਵੀ ਫ੍ਰੀਬੀਜ਼ ਪੋਲਿਟਿਕਸ ਦਾ ਹਿੱਸਾ ਹੈ। ਸੋ ਇਹ ਮਾਨ ਸਾਹਿਬ ਨੇ ਵੀ ਇਹ ਕਾਰਡ ਖੇਡਿਆ, ਇਹ ਪੱਤਾ ਖੇਡਿਆ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਬ੍ਰਿਟੇਨ ਦੇ ਵਿੱਚ ਰਿਸ਼ੀ ਸੁਨਕ ਸਾਹਿਬ, ਜੋ ਪ੍ਰਾਈਮ ਮਿਨਿਸਟਰ ਦੀ ਦੌੜ ਦੇ ਵਿੱਚ ਸੀ, ਪੀਐਮ ਬਣਨਾ ਚਾਹੁੰਦੇ ਸੀ ਗ੍ਰੇਟ ਬ੍ਰਿਟੇਨ ਦਾ, ਔਰ ਅੱਜ ਵੀ ਹਜੇ ਰਿਜ਼ਲਟ ਆਉਣੇ ਨੇ, ਉਹਨਾਂ ਨੇ ਇੱਕ ਪੱਤਾ ਉੱਥੇ ਵੀ ਖੇਡ ਲਿਆ ਕਿ ਮੈਂ ਫ੍ਰੀ ਦੇਵਾਂਗਾ। ਉੱਥੋਂ ਦੇ ਲੋਕਾਂ ਨੂੰ ਇਹ ਚੀਜ਼ ਪਸੰਦ ਨਹੀਂ ਆਈ। ਫ੍ਰੀ ਚੀਜ਼ ਸਾਨੂੰ ਪਸੰਦ ਕਿਉਂ ਆਉਂਦੀ ਹੈ ਔਰ ਉਹਨਾਂ ਨੂੰ ਕਿਉਂ ਨਹੀਂ ਪਸੰਦ ਆਉਂਦੀ, ਜਿਹੜੇ ਗੋਰੇ ਲੋਕ ਨੇ? ਇਹ ਗੱਲ ਇੱਕ ਬਹਿਸ ਦਾ ਵਿਸ਼ਾ ਬਣਦਾ, ਇਹ ਸੋਸ਼ਲ ਸਾਇੰਸ ਦਾ ਵਿਸ਼ਾ ਬਣ ਜਾਂਦਾ, ਕਿਉਂਕਿ ਸਾਡੀ ਕਿਤੇ ਨਾ ਕਿਤੇ ਸੋਚ ਇਹ ਵੀ ਹੁੰਦੀ ਹੈ ਕਿ ਜਦੋਂ ਅਸੀਂ ਕਿਤੇ ਧਾਰਮਿਕ ਸਥਾਨ 'ਤੇ ਗਏ ਹਾਂ, ਉੱਥੇ ਲੰਗਰ ਖਾਧਾ ਵੀ ਹੈ ਅਤੇ ਪੈਕ ਕਰਵਾ ਕੇ ਵੀ ਨਾਲ ਲੈ ਕੇ ਆਉਣਾ ਆਪਣੇ ਪਰਿਵਾਰ ਵਾਸਤੇ, ਜਾਂ ਰਾਤ ਦੇ ਵਾਸਤੇ ਰਾਤੀ ਖਾਣਾ ਨਾ ਬਣਾਉਣਾ ਪਵੇ, ਉਹ ਵੀ ਲੰਗਰ ਦੇ ਨਾਲ ਹੀ ਅਸੀਂ ਆਪਣਾ ਖਾਣਾ ਰਾਤ ਦਾ ਖਾ ਲਈਏ। ਇਹ ਵੀ ਸਾਡੀ ਸੋਚ ਹੈ ਕਿ ਅਸੀਂ ਲੰਗਰ ਪੈਕ ਕਰਵਾ ਕੇ ਘਰ ਲੈ ਕੇ ਆਉਂਦੇ ਹਾਂ। ਪ੍ਰਸ਼ਾਦ ਦੇ ਤੌਰ 'ਤੇ ਥੋੜ੍ਹਾ ਬਹੁਤ ਲੈ ਆਓ, ਕਿ ਜਿਹੜੇ ਘਰ ਦੇ ਜੀ ਨਹੀਂ ਗਏ ਉਹਨਾਂ ਦੇ ਵਾਸਤੇ ਪ੍ਰਸ਼ਾਦ ਦੇ ਤੌਰ 'ਤੇ ਲੈ ਆਉਂਦੇ ਹਾਂ, ਉਹ ਵੱਖਰੀ ਗੱਲ ਹੈ। ਪਰ ਪੂਰਾ ਪੈਕ ਕਰਵਾ ਕੇ, ਪੂਰਾ ਨਾਸ਼ਤਾ ਪੈਕ ਕਰਵਾ ਕੇ ਲੈ ਕੇ ਆਉਂਦੇ ਹਾਂ, ਅਸੀਂ ਕਿੰਨੀ ਕੁ ਕਦਰ ਕਰਦੇ ਹਾਂ ਲੰਗਰ ਦੀ, ਸਾਨੂੰ ਇੱਥੋਂ ਸਮਝ ਆ ਜਾਂਦੀ ਹੈ। ਅਸੀਂ ਲੰਗਰ ਨੂੰ ਕਿਸ ਸਥਾਨ 'ਤੇ ਰੱਖਦੇ ਹਾਂ, ਇਹ ਵੀ ਸਾਨੂੰ ਸਮਝ ਆ ਜਾਂਦੀ ਹੈ ਕਿ ਅਸੀਂ ਲਾਲਚ ਦੇ ਮਾਰੇ ਹੋਏ ਲੋਕ ਉਹ ਕੰਮ ਕਰਦੇ ਹਾਂ ਜੋ ਸਾਨੂੰ ਨਹੀਂ ਕਰਨਾ ਚਾਹੀਦਾ। ਠੀਕ ਉਸੇ ਤਰ੍ਹਾਂ ਸਾਨੂੰ ਫ੍ਰੀ ਚੀਜ਼ਾਂ ਚਾਹੀਦੀਆਂ ਨੇ ਜੋ ਕਿ ਸਾਨੂੰ ਨਹੀਂ ਲੈਣੀਆਂ ਚਾਹੀਦੀਆਂ, ਪਰ ਅਸੀਂ ਮੰਗਦੇ ਹਾਂ। ਸਾਨੂੰ ਮੰਗਤੇ ਬਣਾ ਦਿੱਤਾ ਜਾਂਦਾ, ਬੈਗਰਸ ਬਣਾ ਦਿੱਤਾ ਜਾਂਦਾ। ਅਸੀਂ ਬੈਗਰਸ ਬਣਨ ਵਾਸਤੇ ਤਿਆਰ ਹੋ ਜਾਂਦੇ ਹਾਂ। ਇਹ ਇੱਕ ਸੋਸ਼ਲ ਸਾਇੰਸ ਦਾ ਵਿਸ਼ਾ ਹੈ ਕਿ ਸਾਡਾ ਨੈਸ਼ਨਲ ਕਰੈਕਟਰ ਕੀ ਹੈ, ਅਸੀਂ ਕਿੱਥੇ ਖੜ੍ਹੇ ਹਾਂ, ਗੁਰੂ ਸਾਹਿਬ ਨੇ ਸਾਨੂੰ ਕੀ ਸਿਖਾਇਆ ਅਤੇ ਅਸੀਂ ਅੱਗੋਂ ਕੀ ਸਿੱਖਿਆ, ਇਹ ਉਹ ਵਿਸ਼ਾ ਹੈ। ਸੋ ਆਪਾਂ ਪਰਤਦੇ ਆਪਣੇ ਵਿਸ਼ੇ ਦੇ ਉੱਤੇ ਕਿ ਜੋ ਇਹ ਸਭ ਫ੍ਰੀ ਬੀਜ਼ ਪੋਲਿਟਿਕਸ ਹੈ, ਇਹਦਾ ਕਿੰਨਾ ਕੁ ਪ੍ਰਭਾਵ ਪੈਂਦਾ ਹੈ ਸਾਡੇ ਖਜ਼ਾਨੇ ਦੇ ਉੱਤੇ, ਕਿੰਨਾ ਕੁ ਬੋਝ ਪੈਂਦਾ ਖਜ਼ਾਨੇ ਦੇ ਉੱਤੇ, ਕਿਉਂਕਿ ਪੈਸਾ ਜ਼ਾਇਆ ਹੋ ਰਿਹਾ ਹੈ, ਇਹਦੇ ਨਾਲ ਕੋਈ ਵਿਕਾਸ ਨਹੀਂ ਹੋ ਰਿਹਾ। ਤੁਹਾਡਾ ਬਿਲਕੁਲ ਵਾਜਬ ਹੈ ਜੀ ਸਵਾਲ। ਇਹਦਾ ਬਹੁਤ ਵੱਡਾ ਇੱਕ ਜਿਹੜਾ ਹੁੰਜਾ ਫਿਰਦਾ ਹੈ ਉਹ ਸਾਡੇ ਖਜ਼ਾਨੇ ਦੇ ਉੱਤੇ ਫਿਰਦਾ ਹੈ। ਬਹੁਤ ਵੱਡਾ ਅਮਾਉਂਟ ਜਿਹੜਾ ਹੈ ਉਹ ਇਹਨਾਂ ਸਬਸਿਡੀਜ਼ ਦੇ ਲਈ ਜਾਂਦਾ ਹੈ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਤੁਹਾਡੇ ਧਿਆਨ 'ਚ ਲੈ ਕੇ ਆਉਣਾ ਚਾਹੁੰਦਾ ਜੀ। ਖੰਨਾ ਸਾਹਿਬ, ਇੱਦਾਂ ਨਹੀਂ ਹੈ ਕਿ ਇਹਦੇ ਉੱਤੇ ਪਹਿਲੀ ਵਾਰੀ ਕਦੇ ਚਰਚਾ ਹੋ ਰਹੀ ਹੈ ਜਾਂ ਇਹਦੇ ਉੱਤੇ ਸਟੱਡੀਜ਼ ਨਹੀਂ ਹੋਈਆਂ। ਨੈਸ਼ਨਲੀ ਔਰ ਇੰਟਰਨੈਸ਼ਨਲੀ ਦੋਨੋਂ ਪੱਖ ਦੇ ਉੱਤੇ ਇਸ ਸਬਜੈਕਟ ਤੇ ਸਟੱਡੀ ਹੋਈਆਂ ਨੇ। ਜਦੋਂ ਅਸੀਂ ਨੈਸ਼ਨਲ ਗੱਲ ਕਰਦੇ ਹਾਂ ਤਾਂ ਸਾਡਾ ਇੱਕ ਬਹੁਤ ਉੱਘੇ ਅਰਥ ਸ਼ਾਸਤਰੀ ਜੋ ਕਿ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਈਨਾਂਸ ਐਂਡ ਪਾਲਿਸੀ ਦਿੱਲੀ ਦੇ ਵਿੱਚ ਸਨ, ਉਹਨਾਂ ਨੇ 2015-16 ਦੇ ਵਿੱਚ ਇਹਦੇ ਉੱਤੇ ਇੱਕ ਸਟੱਡੀ ਵੀ ਕੀਤੀ ਹੈ। ਉਸ ਸਟੱਡੀ ਦੇ ਵਿੱਚੋਂ ਦੀ ਦੇਖੋ ਉਹਨਾਂ ਨੇ ਸਿੱਟਾ ਕੀ ਕੱਢਿਆ। ਉਹਨਾਂ ਨੇ ਕਿਹਾ ਵੀ ਸਬਸਿਡੀ ਦੋ ਤਰੀਕੇ ਦੀ ਹੁੰਦੀ ਹੈ, ਇੱਕ ਮੈਰਿਟ ਸਬਸਿਡੀ ਹੁੰਦੀ ਹੈ, ਇੱਕ ਨਾਨ ਮੈਰਿਟ ਸਬਸਿਡੀ ਹੁੰਦੀ ਹੈ। ਜਿਹੜੀ ਮੈਰਿਟ ਸਬਸਿਡੀਜ਼ ਹੁੰਦੀਆਂ ਨੇ ਉਹਦੇ ਸਿਰਫ 3 ਚੀਜ਼ਾਂ ਹੁੰਦੀਆਂ, ਐਜੂਕੇਸ਼ਨ, ਹੈਲਥ ਤੇ ਫੂਡ। ਇਸ ਤੋਂ ਇਲਾਵਾ ਉਹ ਕਹਿੰਦੇ ਜੋ ਵੀ ਤੁਸੀਂ ਦੇ ਰਹੇ ਹੋ ਉਹ ਤੁਸੀਂ ਨਾਨ ਮੈਰਿਟ ਸਬਸਿਡੀ ਦੇ ਰਹੇ ਹੋ, ਜਿਹਦੀ ਰਿਕੁਆਇਰਮੈਂਟ ਨਹੀਂ ਹੈ, ਜਿਸ ਤੋਂ ਬਿਨਾਂ ਵੀ ਕੰਮ ਸਰ ਸਕਦਾ। ਲੇਕਿਨ ਹੁੰਦਾ ਕੀ ਹੈ ਕਿ ਜਦੋਂ ਅਸੀਂ ਪੈਸਾ ਲਾਉਂਦੇ ਉਹਦੇ 2 ਪੱਖ ਹੁੰਦੇ। ਇੱਕ ਤਾਂ ਪੈਸਾ, ਹੁਣ ਪ੍ਰਧਾਨ ਮੰਤਰੀ ਜੀ ਦੇ ਇੱਕ ਵੱਲੋਂ ਇਸ਼ਾਰਾ ਠੀਕ ਵੀ ਕੀਤਾ, ਆਪਾਂ ਇਹ ਨਹੀਂ ਕਹਿ ਸਕਦੇ ਪ੍ਰਧਾਨ ਮੰਤਰੀ ਜੀ ਨੇ ਗਲਤ ਕੀਤਾ। ਉਹਨਾਂ ਨੂੰ ਇਹ ਚੀਜ਼ ਉਹਨਾਂ ਦੇ ਦਿਮਾਗ ਦੇ ਵਿੱਚ ਅਪ੍ਰੈਲ ਦੇ ਵਿੱਚ ਹੋਈ, ਜਿਹੜੀ ਚੀਫ ਸੈਕਟਰੀਜ਼ ਦੀ ਬੈਠਕ ਸੀ ਧਰਮਸ਼ਾਲਾ ਦੇ ਵਿੱਚ, ਹਿਮਾਚਲ ਪ੍ਰਦੇਸ਼ 'ਚ ਹੋਈ ਅਪ੍ਰੈਲ ਦੇ ਵਿੱਚ, ਉੱਥੇ ਉਹਨਾਂ ਦੇ ਦਿਮਾਗ 'ਚ ਪਾਈ ਗਈ ਵੀ ਸੂਬਾਈ ਸਰਕਾਰਾਂ ਕਰਜ਼ੇ ਲੈ ਲੈ ਕੇ
ਲੋਕਾਂ ਨੂੰ ਰਿਓੜੀਆਂ ਵੰਡ ਰਹੀਆਂ ਨੇ, ਫ੍ਰੀਵੀਜ਼ ਦੇ ਉੱਤੇ ਖਰਚਾ ਕਰ ਰਹੀ ਹੈ। ਪੰਜਾਬ ਜਿਹੜੀ ਹੈ ਪਾਵਰਕੌਮ ਦਾ ਪੈਸਾ ਦੇਣਾ, ਪਾਵਰਕੌਮ ਨੇ ਪੈਸਾ ਦੇਣਾ ਔਰ ਜਿਹੜੀ ਜੈਨਕੋਸ ਦਾ ਪੈਸਾ ਦੇਣਾ ਹੈਗਾ, ਲੇਕਿਨ ਅਸੀਂ ਫ੍ਰੀ ਬਿਜਲੀ ਦੇ ਰਹੇ ਹਾਂ। ਅਸੀਂ ਉਹ ਠੀਕ ਕਰ ਰਹੇ ਹਾਂ ਨਹੀਂ ਠੀਕ ਕਰ ਰਹੇ, ਉਹ ਇੱਕ ਅਲੱਗ ਚਰਚਾ ਦਾ ਵਿਸ਼ਾ ਹੈ, ਪਰ ਅਸੀਂ ਪੈਸਾ ਲੈ ਕੇ, ਕਰਜ਼ੇ ਲੈ ਕੇ ਲੋਕਾਂ ਨੂੰ ਫ੍ਰੀ ਮੁਫਤ ਚੀਜ਼ਾਂ ਆਪਣੀ ਲੈਫਟ ਜੇਬ ਚੋਂ ਪੈਸਾ ਖਰਚ ਕੇ ਰਾਈਟ ਜੇਬ ਦੇ ਵਾਲੇ ਨੂੰ ਮੁਫਤ ਚੀਜ਼ ਦੇ ਰਹੇ ਹਾਂ। ਇਹ ਕਿੱਥੇ ਕਦੀ ਸਮਝਦਾਰੀ ਹੈ, ਅਕਲਮੰਦੀ ਹੈ? ਇਹ ਉਸ ਬੈਠਕ ਦੇ ਵਿੱਚ ਪ੍ਰਧਾਨ ਮੰਤਰੀ ਜੀ ਦੇ ਧਿਆਨ ਦੇ ਵਿੱਚ ਲਿਆਂਦੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਨੂੰ ਬੜਾ ਸੰਜੀਦਾ ਤਰੀਕੇ ਦੇ ਨਾਲ ਉੱਥੇ ਦੱਸਿਆ ਜਾਂ ਦਰਸਾਇਆ। ਦੂਜੀ ਗੱਲ ਜਿਹੜੀ ਹੈ ਵੀ ਸਟੇਟਸ ਦੇ ਉੱਤੇ ਜਾਂ ਕੇਂਦਰ ਦੇ ਉੱਤੇ ਜਿਹੜਾ ਖਜ਼ਾਨੇ ਦੇ ਉੱਤੇ ਹੈ, ਇਹਦਾ ਬਹੁਤ ਮਾਰੂ ਪ੍ਰਭਾਵ ਪੈਂਦਾ। ਦੇਖੋ ਜੀ, ਸਾਡਾ ਜਿਹੜਾ ਆਲਰੇਡੀ ਜਿਹੜਾ ਕਰਜ਼ੇ ਲੈਣ ਦੀ ਸਾਡੀ ਲਿਮਿਟਸ ਆ ਕ੍ਰਾਸ ਹੋ ਚੁੱਕੀਆਂ। ਮੈਂ ਤੁਹਾਨੂੰ ਤੱਥਾਂ ਦੇ ਆਧਾਰ ਤੇ ਦੱਸਦਾ ਵੀ ਕੇਂਦਰ ਸਰਕਾਰ, ਰਿਜ਼ਰਵ ਬੈਂਕ ਦੀ ਇੱਕ ਰਿਪੋਰਟ ਹੈ, ਰਿਜ਼ਰਵ ਬੈਂਕ ਦੀ ਰਿਪੋਰਟ ਕਹਿੰਦੀ ਹੈ ਕੇਂਦਰ ਸਰਕਾਰ ਦੇ ਉੱਤੇ ਕਰਜ਼ਾ ਇਸ ਸਾਲ ਯਾਨੀ 31 ਮਾਰਚ 2023 ਤੱਕ 153 ਲੱਖ ਕਰੋੜ ਰੁਪਏ ਦਾ ਹੋ ਜਾਏਗਾ। ਇਸ ਵੇਲੇ ਜਿਹੜਾ 22 ਦੇ ਵਿੱਚ ਖਤਮ ਹੋਇਆ ਪਿਛਲਾ ਫਾਈਨੈਂਸ਼ੀਅਲ ਈਅਰ, 31 ਮਾਰਚ 2022 ਤੱਕ 135 ਲੱਖ ਕਰੋੜ ਸੀ, ਜੋ ਕਿ ਆਲਮੋਸਟ 60 ਤੋਂ 65% ਹੈ ਆਪਣੀ ਜੀਡੀਪੀ ਦਾ। ਜੋ ਸਾਡੀਆਂ ਲਿਮਿਟਸ ਨੇ ਉਹਦੇ ਹਿਸਾਬ ਨਾਲ ਜੇ ਸਾਡੀ 230 ਲੱਖ ਕਰੋੜ ਦੀ ਜੀਡੀਪੀ ਹੈ ਤਾਂ ਉਹਦਾ 40% ਤੱਕ ਤਾਂ ਟੋਲਰੇਬਲ ਹੈ, ਨਹੀਂ ਤਾਂ ਹਾਲਾਤ ਜਿਹੜੇ ਆ ਬੇਕਾਬੂ ਹੋ ਸਕਦੇ ਨੇ, ਜੋ ਅਸੀਂ ਸ਼੍ਰੀਲੰਕਾ, ਪਾਕਿਸਤਾਨ ਦੇ ਵਿੱਚ ਦੇਖ ਰਹੇ ਹਾਂ, ਜਾਂ ਪੁਰਾਣਾ ਅਰਜਨਟੀਨਾ ਦੇ ਵਿੱਚ ਹੋਇਆ ਸੀਗਾ, ਉੱਦਾਂ ਬ੍ਰਾਜ਼ੀਲ ਦੇ ਵਿੱਚ ਹੋਇਆ ਸੀਗਾ, ਉੱਦਾਂ ਦੇ ਹਾਲਾਤ ਜਿਹੜੇ ਆ ਬਣ ਸਕਦੇ ਨੇ ਜਦੋਂ ਤੁਹਾਡਾ ਕਰਜ਼ਾ ਇੱਕ ਲਿਮਿਟ ਤੋਂ ਉੱਤੇ ਨਿਕਲ ਜਾਵੇ। ਪਰ ਹਜੇ ਵੀ ਸਾਡਾ ਕਰਜ਼ਾ ਜਿਹੜਾ ਹੈ ਟੋਲਰੇਬਲ ਲਿਮਿਟਸ 'ਚ ਨੋ ਡਾਊਟ ਉਹ ਉੱਪਰ ਜਾ ਚੁੱਕਾ, ਜਿੰਨਾ ਚਾਹੀਦਾ ਸੀ ਉਸ ਤੋਂ 20% ਉੱਤੇ ਹੈ। ਐਤਕੀ ਜਿਹੜਾ ਮੌਨਸੂਨ ਸੈਸ਼ਨ ਹੋਇਆ ਉਹਦੇ ਵਿੱਚ ਮਿਨਿਸਟਰ ਆਫ ਸਟੇਟ ਫਾਰ ਫਾਈਨੈਂਸ ਉਹਨਾਂ ਨੇ ਬਿਆਨ ਦਿੱਤਾ ਹੈ ਵੀ ਸਾਡਾ ਜਿੰਨੀ ਲਿਮਿਟ ਹੈ 60% ਦੀ ਲਿਮਿਟ ਹੈ, 40% ਸਟੇਟਾਂ ਆਪਣੀ ਜੀਡੀਪੀ ਦਾ ਔਰ 40% ਕੇਂਦਰ ਸਰਕਾਰ ਔਰ 20% ਸਟੇਟਾਂ ਜਿੰਨਾ ਇਹਨਾਂ ਦੀ ਜੀਡੀਪੀ ਉਹਦਾ ਕਰਜ਼ਾ ਲੈ ਸਕਦੀਆਂ, ਯਾਨੀ 60% ਟੋਟਲ ਮਿਲਾ ਕੇ। ਪਰ ਸਾਡਾ ਕਰਜ਼ਾ ਜਿਹੜਾ ਹੋਇਆ 83% ਹੋ ਚੁੱਕਾ, ਅਸੀਂ ਉਹਨੂੰ ਓਵਰਸ਼ੂਟ ਕਰ ਚੁੱਕੇ ਹਾਂ। ਜਿੰਨਾ ਅਸੀਂ ਲੈ ਸਕਦੇ ਹਾਂ ਲਿਮਿਟ, ਉਸ ਤੋਂ ਵੱਧ ਅਸੀਂ ਕਰਜ਼ੇ ਲੈ ਰਹੇ ਹਾਂ, ਜੋ ਕਿ ਇੱਕ ਮਾੜੀ ਚੀਜ਼ ਹੈ। ਇਹਦੇ ਵਿੱਚ ਇੱਕ ਚੀਜ਼ ਹੋਰ ਅੱਗੇ ਜੇ ਆਪਾਂ ਸਟੈਪ ਵਧਾਉਂਦੇ ਹਾਂ, ਉਹਦੇ 'ਚ ਦੇਖਦੇ ਹਾਂ ਵੀ ਜਿਹੜੀ ਸੂਬਾ ਦੀ ਸਰਕਾਰ ਹੈ, ਸਾਰੀਆਂ ਸੂਬਾਈ ਸਰਕਾਰਾਂ ਉਹ ਕਰ ਕੀ ਰਹੀਆਂ, ਜੇਲ੍ਹ ਗਿਰਵੀ ਰੱਖਣਗੀਆਂ। ਉਹ ਕੀ ਕਰਨਗੀਆਂ, ਡੀਸੀ ਆਫਿਸ ਜਿਹੜਾ ਹੈ ਉਹ ਗਿਰਵੀ ਰੱਖ ਦੇਣਗੀਆਂ, ਟੂਰਿਸਟ ਕੰਪਲੈਕਸ ਜਿਹੜਾ ਉਹ ਗਿਰਵੀ ਰੱਖ ਦੇਣਗੀਆਂ, ਲੋਕਾਂ ਦੀਆਂ ਤਨਖਾਹਾਂ ਰੋਕ ਦੇਣਗੀ, ਜਿਹੜਾ ਮੁਲਾਜ਼ਮ ਹੈ ਉਹਦੀ ਤਨਖਾਹ ਰੋਕ ਦੇਗੀ। ਔਰ ਪੈਸਾ ਕਿੱਥੇ ਨੂੰ ਲਾਏਗੀ, ਪੈਸਾ ਫ੍ਰੀ ਬੀਜ਼ ਵੱਲ, ਕਿ ਤਾਂ ਕਿ ਮੇਰਾ ਵੋਟ ਬੈਂਕ ਜਿਹੜਾ ਹੈ, ਇਹ ਲੋਕ ਮੇਰੇ ਵੋਟ ਬੈਂਕ ਦੇ ਵਿੱਚ ਕਨਵਰਟਡ ਰਹਿਣ, ਇਹ ਲੋਕ ਮੇਰੇ ਨਾਲ ਰਹਿਣ, ਮੈਨੂੰ ਚੁਣਦੇ ਰਹਿਣ। ਤਾਂ ਆਹ ਜਿਹੜੀ ਚੀਜ਼ ਹੈ ਇਹ ਕਿਸੇ ਪਾਸੋਂ ਵੀ ਠੀਕ ਨਹੀਂ ਹੈ। ਕੇਂਦਰ ਸਰਕਾਰ ਵੀ ਇਹਦੇ ਵਿੱਚ ਹੈ, ਇਹ ਨਹੀਂ ਹੈ ਕਿ ਕੇਂਦਰ ਸਰਕਾਰ ਇਹ ਕੰਮ ਨਹੀਂ ਕਰ ਰਹੀ, ਕੇਂਦਰ ਸਰਕਾਰ ਵੀ ਇਹ ਕੰਮ ਕਰ ਰਹੀ ਹੈ, ਸੂਬਾਈ ਸਰਕਾਰਾਂ ਵੀ ਇਹ ਕੰਮ ਕਰ ਰਹੀਆਂ। ਜਿਹੜੇ ਮੈਂ ਆਪਣੇ ਓਪਨਿੰਗ ਰਿਮਾਰਕਸ ਦਿੱਤੇ ਸਨ ਵੀ ਦੋਨੋਂ ਪਾਸੇ ਹਿੰਦੁਸਤਾਨ ਦੇ ਵਿੱਚ ਦੋਨੋਂ ਹੱਥਾਂ ਦੇ ਨਾਲ ਕੇਂਦਰ ਸਰਕਾਰ ਔਰ ਸੂਬਾਈ ਸਰਕਾਰਾਂ ਲੋਕਾਂ ਦਾ ਪੈਸਾ ਜਿਹੜੀਆਂ ਲੁਟਾ ਰਹੀਆਂ ਨੇ। ਉਹਦੀ ਸਮੱਸਿਆ ਇਹ ਹੈ ਕਿ ਲੋਕਾਂ ਦੀ ਅਕਾਊਂਟੇਬਿਲਿਟੀ ਨਹੀਂ ਹੈ। ਲੋਕ ਇਹ ਨਹੀਂ ਸਰਕਾਰ ਨੂੰ ਕਦੇ ਪੁੱਛਦੇ ਵੀ ਤੁਸੀਂ ਸਕੀਮ ਬੰਦ ਕਰਤੀ ਤਾਂ ਕਿੰਨੇ ਲੋਕਾਂ ਦਾ ਉਹਦੇ ਚੋਂ ਫਾਇਦਾ ਹੋਇਆ, ਉਹ ਸਕੀਮ 'ਚ ਕਿੰਨੇ ਲੋਕ ਸੀਗੇ ਜਿਨ੍ਹਾਂ ਦਾ ਫਾਇਦਾ ਹੋਇਆ, ਜਾਂ ਉਹ ਪੈਸਾ ਜਿਹੜਾ ਲੋਕਾਂ ਦਾ ਤੁਸੀਂ ਟੈਕਸਾਂ ਵਾਲਾ ਪੈਸਾ ਚੱਕ ਕੇ ਇਹਨਾਂ ਸਕੀਮਾਂ ਦੇ ਵਿੱਚ 12.61 ਲੱਖ ਕਰੋੜ ਰੁਪਈਆ ਤੁਸੀਂ ਲੋਨ ਮਾਫ ਕਰਤੇ, ਉਹ ਕਿਉਂ ਕੀਤੇ, ਕਿਹਦਾ ਪੈਸਾ ਹੈ। ਲੋਕਾਂ ਦੀ ਅਕਾਊਂਟੇਬਿਲਿਟੀ ਕਿਸੇ ਵੇਲੇ ਵੀ ਨਾ ਸਟੇਟ ਗਵਰਨਮੈਂਟ ਕਦੇ ਦੱਸਦੀ ਹੈ ਵੀ ਕਿੰਨੇ ਇਸ ਸਕੀਮ ਦੇ ਵਿੱਚੋਂ ਦੀ ਕਿੰਨੇ ਲੋਕ ਹੈ ਜਿਨ੍ਹਾਂ ਦਾ ਅਸਲ 'ਚ ਫਾਇਦਾ ਹੋਇਆ। ਅਸੀਂ ਸਕੀਮ ਬੰਦ, ਆਟਾ ਦਾਲ ਸਕੀਮ ਆਈ, ਉਹਦੇ 'ਚ ਫਾਇਦਾ ਕਿੰਨੇ ਲੋਕਾਂ ਦਾ ਹੋਇਆ, ਕਿਉਂਕਿ ਰਿਪੋਰਟਸ ਕਹਿੰਦੀਆਂ ਵੀ 30% ਤੋਂ ਉੱਤੇ ਲੋਕਾਂ ਦਾ, 30 ਤੋਂ 40% ਨੇ ਅਲੱਗ-ਅਲੱਗ ਸਕੀਮਾਂ ਦੇ ਵਿੱਚ, ਜਿਹਦੇ 'ਚ ਜੋ ਐਕਚੁਅਲ ਲਾਭਾਰਥੀ ਨੇ ਜਿਨ੍ਹਾਂ ਨੂੰ ਫਾਇਦਾ ਪਹੁੰਚਣਾ ਚਾਹੀਦਾ ਸੀ, ਜਿਨ੍ਹਾਂ ਤੱਕ ਇਹ ਸਕੀਮਾਂ ਡਾਇਰੈਕਟ ਹੋਈਆਂ, ਉਹਦੇ 'ਚ 40% ਤੋਂ ਉੱਤੇ ਫਾਇਦਾ ਨਹੀਂ ਪਹੁੰਚਦਾ। ਮਨਰੇਗਾ ਵਰਗੀ ਸਕੀਮ, ਐਡੀ ਵੱਡੀ ਸਕੀਮ ਲੈ ਕੇ ਆਏ ਹਾਂ ਅਸੀਂ ਵੀ 100 ਦਿਨ ਦਾ ਰੋਜ਼ਗਾਰ ਦੇਵਾਂਗੇ, ਕਿੰਨੇ ਦਿਨ ਦਾ ਅਸੀਂ ਰੋਜ਼ਗਾਰ ਦੇ ਸਕੇ, 45 ਦਿਨ। ਤਾਂ ਜਿਹੜੇ 55 ਦਿਨ ਦਾ ਅਸੀਂ ਨਹੀਂ ਐਵਰੇਜ ਦੇ ਸਕੇ, ਉਹਦੇ ਲਈ ਜ਼ਿੰਮੇਵਾਰੀ ਕਿਹਦੀ ਹੈ, ਹੂ ਇਜ਼ ਅਕਾਊਂਟੇਬਲ ਫॉर ਇਟ। ਉਹ ਜਿਹੜੀ ਅਕਾਊਂਟੇਬਿਲਿਟੀ ਹੈ, ਜਿਹੜੀ ਜ਼ਿੰਮੇਵਾਰੀ ਹੈ,
ਉਹ ਜਦ ਤੱਕ ਅਸੀਂ ਡਿਸਾਈਡ ਨਹੀਂ ਕਰਾਂਗੇ ਇਹ ਕੰਮ ਇਦਾਂ ਹੀ ਚੱਲੀ ਜਾਣਾ, ਪੈਸੇ ਲਿਆਣੇ, ਲੋਕਾਂ ਦਾ ਟੈਕਸ ਦਾ ਪੈਸਾ ਜਿਹੜਾ ਉਹ ਯੂਜ਼ ਹੋ ਗਿਆ, ਕਦੇ ਕਰਜ਼ਾ ਯੂਜ਼ ਹੋ ਗਿਆ, ਉਹਨੂੰ ਅਸੀਂ ਦੱਸਣਾ ਨਹੀਂ ਵੀ ਕਿੱਥੇ ਚਲਾ ਗਿਆ। ਇਹ ਇਦਾਂ ਹੀ ਸਾਡਾ ਮੁਲਕ ਜਿਹੜਾ ਹੈ ਇਹ ਅਸੀਂ ਉਸ ਰਾਹ ਤੇ ਤੁਰੇ ਹੋਏ ਹਾਂ ਜਿੱਥੇ ਅਸੀਂ ਪਾਕਿਸਤਾਨ ਜਾਂ ਬੰਗਲਾਦੇਸ਼ ਵਾਲੀ ਸਥਿਤੀ ਜਾਂ ਸ਼੍ਰੀਲੰਕਾ ਵਾਲੀ ਸਥਿਤੀ 'ਚ ਪਹੁੰਚਾਂਗੇ। ਤਨਖਾਹਾਂ ਦੇਣੀਆਂ ਮੁਸ਼ਕਿਲ ਹੋਈਆਂ, ਪੈਨਸ਼ਨਸ ਦੇਣੀਆਂ ਮੁਸ਼ਕਿਲ ਹੋਈਆਂ। ਸੋ ਇੱਕ ਗੱਲ ਦੱਸੋ ਰਾਜੀਵ ਜੀ, ਕਈ ਵਾਰ ਮੈਂ ਸੋਚਦਾ ਕਿ ਜਿਹੜੇ ਲੋਕ ਇਸ ਵਕਤ ਇਕਨੋਮੀ ਨੂੰ ਰਨ ਕਰ ਰਹੇ ਨੇ ਉਹਨਾਂ ਨੂੰ ਚਲਾਉਣਾ ਨਹੀਂ ਆਉਂਦਾ ਇਹ ਸਿਸਟਮ, ਕਿ ਉਹ ਇੰਨੇ ਸਿਆਣੇ ਨਹੀਂ ਹੈਗੇ ਕਿ ਸਿਸਟਮ ਨੂੰ ਚਲਾ ਸਕਣ, ਜਾਂ ਫਿਰ ਉਹ ਜ਼ਰੂਰਤ ਤੋਂ ਜ਼ਿਆਦਾ ਸਿਆਣੇ ਨੇ, ਜਾਣ ਬੁੱਝ ਕੇ ਇਦਾਂ ਸਿਸਟਮ ਨੂੰ ਚਲਾਉਂਦੇ ਨੇ। ਕਿਉਂਕਿ ਜੇ ਚਲਾ ਨਾ ਸਕਣ, ਸਿਆਣੇ ਨਹੀਂ ਹੈਗੇ, ਉਹ ਤਾਂ ਸਵਾਲ ਪੈਦਾ ਨਹੀਂ ਹੁੰਦਾ, ਕਿਉਂਕਿ ਬਹੁਤ ਵੱਡੇ ਇੰਟੈਲੀਜੈਂਟ ਇਕਨੋਮਿਸਟ ਉਹਨਾਂ ਦੀ ਟੀਮ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਨੂੰ ਪਤਾ ਸਿਸਟਮ ਨੂੰ ਚਲਾਉਣਾ ਕਿਵੇਂ ਹੈ, ਉਹ ਚਲਾ ਸਕਦੇ ਨੇ। ਪਰ ਫਿਰ ਦੂਸਰਾ ਪੁਆਇੰਟ ਉੱਠਦਾ ਹੈ ਕਿ ਇਹ ਜਾਣ ਬੁੱਝ ਕੇ ਇਸ ਤਰ੍ਹਾਂ ਚਲਾ ਰਹੇ ਨੇ, ਤੇ ਜੇ ਜਾਣ ਬੁੱਝ ਕੇ ਇਸ ਤਰ੍ਹਾਂ ਚਲਾ ਰਹੇ ਨੇ, ਜਾਣ ਦੇ ਬੁੱਝਦੇ ਇਹ ਗਲਤੀਆਂ ਕਰ ਰਹੇ ਨੇ, ਤਾਂ ਕਿਉਂ ਕਰ ਰਹੇ ਨੇ, ਰੀਜ਼ਨ ਕੀ ਹੈ? ਦੇਖੋ ਜੀ, ਮੈਨੂੰ ਇਦਾਂ ਲੱਗਦਾ ਵੀ ਸਿਸਟਮ ਦੇ ਵਿੱਚ ਜਿਹੜੇ ਪਾਲਿਸੀ ਮੇਕਰਸ ਨੇ ਜੀ, ਜੇ ਆਪਾਂ ਇਹ ਸਵਾਲ ਚੱਕੀਏ ਵੀ ਉਹਨਾਂ ਨੂੰ ਪਤਾ ਨਹੀਂ ਹੈ ਤਾਂ ਇਹ ਇਦਾਂ ਦੀ ਗੱਲ ਤਾਂ ਨਹੀਂ ਹੈ, ਜਿਹਦਾ ਜਵਾਬ ਤੁਸੀਂ ਆਪ ਹੀ ਦਿੱਤਾ ਜੀ ਵੀ ਇੱਕ ਤੋਂ ਇੱਕ ਸਿਆਣਾ ਬੰਦਾ ਬੈਠਾ ਹੈ ਜੀ। ਔਰ ਸਾਡੇ ਕੋਲ ਤਾਂ ਉਦਾਹਰਨ ਨੇ ਜਿੱਥੇ ਰਘੂਰਾਮ ਰਾਜਨ ਜੀ ਹਿੰਦੁਸਤਾਨ ਤੋਂ ਜਾ ਕੇ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਉੱਥੇ ਦੇ ਸੈਂਟਰਲ ਬੈਂਕ ਦੇ ਵਿੱਚ ਐਡਵਾਈਜ਼ਰ ਬਣਦੇ ਨੇ ਉਹ ਜੀ। ਬਿਲਕੁਲ ਸਾਡੇ ਕੋਲ ਜਿਹੜੇ ਇੰਨੇ ਸਿਆਣੇ ਬੰਦੇ, ਕੌਸ਼ਿਕ ਬਸੂ ਸਾਹਿਬ ਹੋ ਗਏ, ਉਰਜਿਤ ਪਟੇਲ ਹੋ ਗਏ, ਐਡੇ ਸਿਆਣੇ ਬੰਦੇ ਨੇ ਜਿਹੜੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਨੂੰ ਸਹੀ ਰਾਹ ਦੱਸ ਸਕਦੇ ਸਨ, ਉਹ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤਾਂ ਇਹ ਕਹਿਣਾ ਵੀ ਹਿੰਦੁਸਤਾਨ ਦੇ ਵਿੱਚ ਕਿਤੇ ਟੈਲੈਂਟ ਦੀ ਕਮੀ ਹੈ ਜਾਂ ਪਾਲਿਸੀ ਮੇਕਰਸ ਨੂੰ ਨਹੀਂ ਪਤਾ, ਇਹ ਚੀਜ਼ ਤਾਂ ਠੀਕ ਨਹੀਂ ਹੋਏਗੀ। ਹਿੰਦੁਸਤਾਨ ਦੇ ਵਿੱਚ ਬਹੁਤ ਟੈਲੈਂਟ ਹੈ, ਬਹੁਤ ਵੱਡੇ ਮਾਹਰ ਬੈਠੇ ਨੇ, ਹਰ ਫੀਲਡ ਤੇ ਮਾਹਰ ਬੈਠੇ ਨੇ। ਯੈਸ, ਐਗਜ਼ੈਕਟਲੀ। ਦੈਨ ਵੇਅਰ ਇਜ਼ ਦਾ ਪ੍ਰੋਬਲਮ? ਹੁਣ ਸਮੱਸਿਆ ਜਿਹੜੀ ਹੈ ਇਹ ਆਉਂਦੀ ਹੈ ਕਿ ਕਿਆ ਸਰਕਾਰ ਉਹਨਾਂ ਦੀ ਗੱਲ ਵੱਲ ਧਿਆਨ ਦਿੰਦੀ ਹੈ ਜਾਂ ਨਹੀਂ ਦਿੰਦੀ। ਐਗਜ਼ੈਕਟਲੀ। ਜੇ ਕਿਆ ਕਿਸੇ ਨੇ ਸਰਕਾਰ ਨੂੰ ਇਹ ਨਹੀਂ ਦੱਸਿਆ ਹੋਏਗਾ ਵੀ ਸਰਕਾਰ ਦਾ ਕਰਜ਼ਾ ਵੱਧ ਰਿਹਾ ਕੇਂਦਰ ਸਰਕਾਰ ਦਾ, ਜਾਂ ਪੰਜਾਬ ਸਰਕਾਰ ਨੂੰ ਕਿਸੇ ਨੇ ਨਹੀਂ ਦੱਸਿਆ ਹੋਏਗਾ ਇਹ ਚੀਜ਼, ਅਰਵਿੰਦ ਕੇਜਰੀਵਾਲ ਜੀ ਨੂੰ ਜਾਂ ਸਾਡੇ ਮੌਜੂਦਾ ਜਿਹੜੇ ਮੁੱਖ ਮੰਤਰੀ ਨੇ ਮਾਨ ਸਾਹਿਬ, ਕਿਆ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਦੱਸੀਆਂ ਗਈਆਂ ਹੋਣਗੀਆਂ ਵੀ ਸਟੇਟ ਦੇ ਉੱਤੇ ਐਡਾ ਕਰਜ਼ਾ, ਜੇ ਤੁਸੀਂ ਮੁਫਤ ਬਿਜਲੀ ਦੋਗੇ 1000 ਰੁਪਈਆ ਫੀਮੇਲਸ ਨੂੰ ਤੁਸੀਂ ਦਿਓਗੇ 18 ਸਾਲ ਤੋਂ ਉੱਪਰ ਵਾਲੀਆਂ ਨੂੰ, ਤਾਂ ਸਟੇਟ ਦੇ ਉੱਤੇ ਇੰਨਾ ਕਰਜ਼ਾ ਹੋਰ ਵੱਧ ਜਾਏਗਾ। ਕਿਆ ਇਹ ਚੀਜ਼ਾਂ ਉਹਨਾਂ ਦੇ ਧਿਆਨ 'ਚ ਨਹੀਂ ਲਿਆਂਦੀਆਂ ਗਈਆਂ ਹੋਣਗੀਆਂ? ਕਿਆ ਇਹਨਾਂ ਸਰਕਾਰਾਂ ਨੂੰ, ਕਿਆ ਕੇਂਦਰ ਸਰਕਾਰ ਨੂੰ ਇਹ ਨਹੀਂ ਪਤਾ ਵੀ ਉਹਦੇ ਕੋਲ 1 ਰੁਪਈਆ ਆਉਂਦਾ ਤਾਂ 48 ਪੈਸੇ ਉਹਨਾਂ ਦੇ ਇੰਟਰਸਟ ਪੇਮੈਂਟ ਦੇ ਵਾਸਤੇ ਹੀ ਸਿਰਫ ਚੱਲ ਜਾਂਦੇ ਨੇ। 1 ਰੁਪਈਆ ਮਗਰ 48 ਪੈਸੇ ਕੇਂਦਰ ਸਰਕਾਰ ਦੇ ਸਿਰਫ ਔਰ ਸਿਰਫ ਵਿਆਜ ਦੀ ਅਦਾਇਗੀ ਤੇ ਜਾਂਦੇ ਨੇ। ਕਿਆ ਪੰਜਾਬ ਸਰਕਾਰ ਨੂੰ ਇਹ ਨਹੀਂ ਪਤਾ ਵੀ ਜੇ ਇਹਨਾਂ ਕੋਲ 1 ਰੁਪਈਆ ਆਉਂਦਾ ਤਾਂ ਉਹਦੇ ਚੋਂ 20 ਤੋਂ 21 ਪੈਸੇ ਜਿਹੜੇ ਨੇ ਉਹ ਵਿਆਜ ਦੀ ਅਦਾਇਗੀ ਤੇ ਚਲੇ ਜਾਂਦੇ ਨੇ? ਇਹ ਨਹੀਂ ਹੋ ਸਕਦਾ ਵੀ ਸਟੇਟਸ ਨੂੰ ਨਾ ਪਤਾ ਹੋਵੇ। ਜ਼ਰੂਰ ਕੋਈ ਨਾ ਕੋਈ ਇਦਾਂ ਦੇ ਮੰਤਵ ਨੇ, ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਪਿੱਛੇ ਲੁਕੀਆਂ ਹੋਈਆਂ, ਜਿਨ੍ਹਾਂ ਦੇ ਬਾਰੇ ਸਾਨੂੰ ਨਹੀਂ ਪਤਾ ਲੱਗਦਾ। ਹੋ ਸਕਦਾ ਮੈਨੂੰ ਇਦਾਂ ਲੱਗਦਾ ਵੀ ਇਲੈਕਟੋਰਲ ਬੌਂਡਸ ਵਰਗੀ ਕੋਈ ਜਿਹੜੀ ਕੰਪਲਸ਼ਨ ਹੋਵੇ ਵੀ ਤੁਸੀਂ ਇਲੈਕਟੋਰਲ ਬੌਂਡਸ ਦੇ ਵਿੱਚ ਪੈਸਾ ਪਾਉਣਾ ਹੈ, ਜਿਹੜੇ ਬੰਦੇ ਇਲੈਕਟੋਰਲ ਬੌਂਡਸ 'ਚ ਪੈਸਾ ਪਾਉਣਗੇ ਉਹ ਅਸੀਂ ਦੱਸਾਂਗੇ ਨਹੀਂ, ਤਾਂ ਉਹ ਹਰ ਪਾਰਟੀ ਦੇ ਲਈ ਉਹ ਇਲੈਕਟੋਰਲ ਬੌਂਡਸ ਜਿਹੜੇ ਨੇ ਇੱਕ ਵਰਦਾਨ ਸਾਬਤ ਹੋ ਰਿਹਾ ਹੈ ਵੀ ਉਹਦੇ ਵਿੱਚੋਂ ਤੁਹਾਨੂੰ ਪੈਸਾ ਗੁਪਤ ਤਰੀਕੇ ਦੇ ਨਾਲ ਮਿਲੇਗਾ, ਔਰ ਜਿਹੜੀ ਪਾਰਟੀ ਨੂੰ ਉਹਦੇ 'ਚੋਂ ਪੈਸਾ ਮਿਲਦਾ ਉਹ ਪਾਰਟੀ ਜਿਹੜੀ ਹੈ ਉਹਨਾਂ ਬੰਦਿਆਂ ਦਾ ਭਲਾ ਕਰਨ ਵਿੱਚ ਤੁਰ ਪੈਂਦੀ ਹੈ। ਤਾਂ ਸਕੀਮਸ ਜਿਹੜੀਆਂ ਨੇ, ਕਿਆ ਇਦਾਂ ਤਾਂ ਨਹੀਂ ਵੀ ਇਲੈਕਟੋਰਲ ਬੌਂਡਸ ਵਰਗੀਆਂ ਸਕੀਮਾਂ ਜਿਹੜੀਆਂ ਨੇ ਉਹ ਸਾਰੀਆਂ ਪਾਰਟੀਆਂ ਨੂੰ ਜਿਹੜੀ ਲੋਕ ਪੱਖੀ ਕਦਮ ਨੇ ਉਹ ਚੱਕਣ ਤੋਂ ਰੋਕਦੀਆਂ ਨੇ, ਤੇ ਜਿਹੜੇ ਕੁਝ ਸਿਲੈਕਟਡ ਬੰਦੇ ਨੇ ਉਹਨਾਂ ਵੱਲ ਨੂੰ, ਉਹਨਾਂ ਦੀਆਂ ਐਫਰਟਸ ਡਾਇਰੈਕਟ ਕਰਨ ਵੱਲ ਨੂੰ ਉਹਨਾਂ ਨੂੰ ਨਿਰਦੇਸ਼ਿਤ ਕਰਦੀਆਂ ਨੇ। ਤੁਸੀਂ ਇਲੈਕਟੋਰਲ ਬੌਂਡਸ ਦੀ ਗੱਲ ਕੀਤੀ ਹੈ, ਇਲੈਕਟੋਰਲ ਬੌਂਡਸ, ਔਰ ਮੇਰਾ ਇੱਕ ਕੁਐਸਚਨ ਬਣਦਾ ਹੈ, ਔਰ ਇਹ ਸ਼ਾਇਦ ਇਸ ਪ੍ਰੋਗਰਾਮ ਦਾ ਅਸੀਂ ਆਖਰੀ ਹੀ ਕੁਐਸਚਨ ਲਵਾਂਗੇ, ਸ਼ਾਇਦ ਕਿ ਡੈਫੀਨੇਟਲੀ ਇਹ ਆਖਰੀ ਕੁਐਸਚਨ ਹੋਏਗਾ ਕਿਉਂਕਿ ਇਹ ਸਮ ਅਪ ਕਰੇਗਾ ਹਰ ਚੀਜ਼ ਨੂੰ। ਇਲੈਕਟੋਰਲ ਬੌਂਡਸ ਯਾਨੀ ਕਿ ਇੱਕ ਪਾਰਟੀ ਕੋਲ ਕਿੰਨਾ ਪੈਸਾ ਹੈ, ਪਾਰਟੀ ਫੰਡ ਕਿੰਨਾ ਹੈ। ਕੋਈ ਵੀ ਪਾਰਟੀ ਹੈ, ਬੀਜੇਪੀ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਹੋਰ ਵੀ तमाम ਸਟੇਟਸ ਦੀਆਂ ਪਾਰਟੀਆਂ ਨੇ, ਉਹਨਾਂ ਕੋਲ ਪੈਸਾ ਕਿੰਨਾ ਹੈ, ਪਾਰਟੀ ਫੰਡ ਕਿੰਨਾ ਹੈ, ਇਹ ਉਜਾਗਰ ਕਰਨ ਵਾਸਤੇ ਕੋਈ ਰੂਲ ਨਹੀਂ ਬਣਿਆ, ਨਾ ਤੁਸੀਂ ਇਹ ਇਨਫੋਰਮੇਸ਼ਨ ਲੈ ਸਕਦੇ ਹੋ। ਸ਼ਾਇਦ ਇਹਦੇ ਉੱਤੇ ਕੋਈ ਟੈਕਸ ਵੀ ਨਹੀਂ ਹੈ, ਇਹਦੇ ਉੱਤੇ ਕੋਈ GST ਵੀ ਨਹੀਂ ਹੈ। ਇਹ ਕਿੰਨਾ ਪੈਸਾ ਹੈ ਬੀਜੇਪੀ ਕੋਲ, ਕਿੰਨਾ ਪੈਸਾ ਹੈ ਆਮ ਆਦਮੀ ਪਾਰਟੀ ਕੋਲ, ਕਿੰਨਾ ਪੈਸਾ ਹੈ ਕਾਂਗਰਸ ਕੋਲ, ਸ਼੍ਰੋਮਣੀ ਅਕਾਲੀ ਦਲ ਕੋਲ, ਬਾਕੀ ਸਾਰੀਆਂ ਪਾਰਟੀਆਂ ਕੋਲ,
ਜੋ तमाम ਇੰਡੀਆ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਕੋਲ ਕਿੰਨਾ ਕਿੰਨਾ ਪੈਸਾ ਹੈ ਇਹਦੀ ਜਾਣਕਾਰੀ ਤੁਸੀਂ ਹਾਸਿਲ ਨਹੀਂ ਕਰ ਸਕਦੇ ਹੋ। ਕੋਈ ਕਾਨੂੰਨ ਨਹੀਂ ਹੈ ਇਹ ਜਾਣਕਾਰੀ ਹਾਸਿਲ ਕਰਨ ਵਾਸਤੇ ਆਮ ਲੋਕਾਂ ਦੇ ਕੋਲ। ਐਮ ਆਈ ਰਾਈਟ ਸਰ? ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਰੀਜ਼ਨ ਹੈ ਵੀ ਸਟੇਟਸ ਜਿਹੜੀਆਂ ਨੇ ਜਾਂ ਕੇਂਦਰ ਸਰਕਾਰ ਜਾਂ ਸੂਬਾਈ ਸਰਕਾਰਾਂ ਇਹ ਚੀਜ਼ ਨੂੰ ਉਜਾਗਰ ਨਹੀਂ ਕਰਦੀਆਂ। ਦੂਜੀ ਚੀਜ਼ ਜਿਹੜੀ ਮੈਂ ਇਹਨੂੰ ਇੱਕ ਕਦਮ ਹੋਰ ਅੱਗੇ ਲੈ ਜਾਂਦਾ ਖੰਨਾ ਸਾਹਿਬ, ਜੇ ਤੁਸੀਂ ਇੰਨਾ ਹੀ ਲੋਕਾਂ ਦੇ ਬਾਰੇ ਸੋਚਦੇ ਹੋ ਤਾਂ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਤਾਂ ਲੋਕਾਂ ਵੱਲ ਹੀ ਨਿਰਦੇਸ਼ਿਤ ਰੱਖੋ। ਜਿਹੜਾ ਪਾਰਟੀ ਵਾਲਾ ਪੈਸਾ ਹੈ ਉਸ ਪੈਸੇ ਦੇ ਨਾਲ ਤੁਸੀਂ ਆਪਣੇ ਮਿੱਤਰਾਂ ਦੀ ਜਾਂ ਉਹ ਲੋਕਾਂ ਦੀ ਕਲੈਕਟਿਵ ਪੈਸਾ ਇਕੱਠਾ ਕਰਕੇ ਉਸ ਪੈਸੇ ਨੂੰ ਟਰਾਂਸਪੇਰੈਂਟ ਤਰੀਕੇ ਦੇ ਨਾਲ ਦੱਸੋ ਵੀ ਉਹ ਕਿੱਥੇ ਖਰਚਿਆ ਜਾ ਰਿਹਾ ਹੈ। ਜੇ ਵਾਕਈ ਸੰਜੀਦਾ ਤੌਰ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਲੋਕਾਂ ਦੀ ਸੇਵਾ ਭਾਵਨਾ ਦੇ ਵਿੱਚ ਆਉਂਦੀਆਂ ਨੇ, ਜੇ ਉਹ ਨਹੀਂ ਆਉਂਦੀਆਂ, ਜਿੱਦਾਂ ਦਾ ਸਿਸਟਮ ਅਸੀਂ ਬਣਾਇਆ ਵੀ ਅਸੀਂ ਬੈਂਕਾਂ ਚੋਂ ਕਰਜ਼ੇ ਲੈਣੇ ਆ, ਬੈਂਕਾਂ ਚੋਂ ਕਰਜ਼ੇ ਲੈ ਕੇ ਲੋਕਾਂ ਨੂੰ ਕੁਛ ਰੇਵੜੀਆਂ ਦੇ ਦੇਣੀਆਂ ਨੇ, ਉਹ ਰੇਵੜੀਆਂ ਦੇ ਨਾਲ ਆਪਣੀਆਂ ਵੋਟਾਂ ਆਪਾਂ ਸਾਧ ਲੈਣੀਆਂ ਵੀ ਸਾਡੀਆਂ ਵੋਟਾਂ ਦਾ ਵੋਟ ਬੈਂਕ ਜਿਹੜਾ ਉਹ ਸਾਡੇ ਨਾਲ ਅਟੈਚ ਰਵੇ। ਜਦੋਂ 4 ਸਾਲ ਆ ਜਾਣਾ ਅਸੀਂ 5 ਸਾਲ ਦੇ ਲਈ, ਜਦੋਂ ਸੱਤਾ ਦੇ ਵਿੱਚ ਆ ਜਾਣਾ 4.5 5 ਸਾਲ ਦੇ ਲਈ ਅਸੀਂ ਸੇਵਾ ਲੋਕਾਂ ਨੂੰ ਛੱਡ ਕੇ ਬਾਕੀਆਂ ਦੀ ਕਰਨੀ ਹੈ। ਜਦੋਂ ਇਦਾਂ ਦੇ ਇੰਟਰਸਟ ਆ ਜਾਂਦੇ ਨੇ ਫਿਰ ਇਹ ਰੇਵੜੀ ਕਲਚਰ ਜਿਹੜਾ ਘਾਤਕ ਹੀ ਸਿੱਧ ਹੁੰਦਾ ਜੀ। ਔਰ ਹੁਣ ਮੈਨੂੰ ਇਹ ਗੱਲ ਸਮਝ ਆ ਰਹੀ ਹੈ ਕਿ ਪਿਛਲੇ 75 ਸਾਲ ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਅਸੀਂ ਗਰੀਬੀ ਦੂਰ ਕਰਨ ਲੱਗੇ ਹੋਏ ਹਾਂ। ਗਰੀਬੀ ਦੂਰ ਕਿਉਂ ਨਹੀਂ ਹੁੰਦੀ ਪਈ? ਕਿਉਂਕਿ ਅਸੀਂ ਗਰੀਬੀ ਦੂਰ ਕਰਦੇ ਹੀ ਨਹੀਂ ਪਏ, ਅਸੀਂ ਸਿਰਫ ਗੱਲਾਂ ਕਰਦੇ ਪਏ ਹਾਂ। ਗਰੀਬੀ ਦੂਰ ਕਰਨ ਵਾਲੀ ਕੋਈ ਗੱਲ ਕੋਈ ਕੰਮ ਕਰਦੇ ਨਹੀਂ ਪਏ। ਇਸ ਕਰਕੇ ਗਰੀਬੀ ਜਿਉਂ ਦੀ ਤਿਉਂ ਬਣੀ ਹੋਈ ਹੈ। ਗਰੀਬੀ ਦੂਰ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਗਰੀਬ ਹੀ ਸਾਡਾ ਵੋਟ ਬੈਂਕ ਨੇ। ਉਹਨਾਂ ਨੂੰ ਹੀ ਅਸੀਂ ਲਲਚਾ ਕੇ ਰਿਓੜੀਆਂ ਦੇ ਕੇ ਆਪਣੇ ਹੱਕ ਦੇ ਵਿੱਚ ਵੋਟਾਂ ਪਵਾ ਸਕਦੇ ਹਾਂ। ਇਸ ਕਰਕੇ ਜੋ ਸਾਡਾ ਵੋਟ ਬੈਂਕ ਹੈ ਗਰੀਬ ਲੋਕ, ਉਹਨਾਂ ਦੀ ਗਰੀਬੀ ਦੂਰ ਕਰਕੇ ਅਸੀਂ ਆਪਣਾ ਵੋਟ ਬੈਂਕ ਥੋੜਾ ਗਵਾ ਲੈਣਾ, ਫਿਰ ਅਸੀਂ ਜਿੱਤਾਂਗੇ ਕਿਵੇਂ, ਵੋਟਾਂ ਕਿਵੇਂ ਹਾਸਿਲ ਕਰਾਂਗੇ? ਇਸ ਕਰਕੇ ਗਰੀਬੀ ਦੂਰ ਨਹੀਂ ਕਰਨੀ। ਹਾਂ, ਨਾਰਾ ਜ਼ਰੂਰ ਦੇਣਾ ਹੈ ਕਿ ਗਰੀਬੀ ਦੂਰ ਕਰੋ, ਗਰੀਬੀ ਦੂਰ ਕਰੋ। ਸੋ ਗੱਲ ਸਭ ਨੂੰ ਸਮਝ ਆਉਂਦੀ ਪਈ ਹੈ। ਸਾਡੇ ਸਾਰੇ ਦਰਸ਼ਕ ਸਮਝਦਾਰ ਨੇ, ਸਾਰੇ ਭਾਰਤ ਵਾਸੀ ਸਮਝਦਾਰ ਨੇ, ਸਾਰੇ ਪੰਜਾਬ ਵਾਸੀ ਸਮਝਦਾਰ ਨੇ, ਤੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਕਿ ਜੇ ਨੀਅਤ ਖੋਟੀ ਹੋਵੇ ਤਾਂ ਨੀਤੀ ਆਪਣੇ ਆਪ ਖੋਟੀ ਹੀ ਬਣਨੀ ਹੈ। ਨੀਤੀ ਸਾਫ਼ ਸੁਥਰੀ ਨਹੀਂ ਬਣ ਸਕਦੀ ਕਿਉਂਕਿ ਨੀਅਤ ਖੋਟੀ ਹੈ। ਬਹੁਤ ਬਹੁਤ ਸ਼ੁਕਰੀਆ ਰਾਜੀਵ ਜੀ, ਤੁਸੀਂ ਆਪਣੀ ਖੋਜ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਔਰ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਅਸੀਂ ਵੱਖ-ਵੱਖ ਸਮੇਂ ਦੇ ਉੱਤੇ ਮਿਲਦੇ ਰਵਾਂਗੇ, ਗੱਲਬਾਤ ਕਰਦੇ ਰਵਾਂਗੇ ਔਰ ਨਵੇਂ-ਨਵੇਂ ਵਿਸ਼ੇ ਆਪਣੇ ਦਰਸ਼ਕਾਂ ਦੇ ਨਾਲ ਉਜਾਗਰ ਕਰਦੇ ਰਵਾਂਗੇ। ਬਹੁਤ ਬਹੁਤ ਸ਼ੁਕਰੀਆ, ਆਲ ਦਾ ਬੈਸਟ, ਥੈਂਕ ਯੂ ਸੋ ਮਚ। ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਆਪਣੇ ਬਣਦੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਇਸ ਸਬਜੈਕਟ ਦੇ ਉੱਤੇ, ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ।